ਵਾਹਿਗੁਰੂ 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 ਵਾਹਿਗੁਰੂ। ਸ੍ਰੀ ਵਾਹਿਗੁਰੂ ਸਾਹਿਬ ਜੀ। ਤਨਾਸਰੀ ਮਹੱਲਾ ਪੰਜਵਾ। ਜਿਸ ਕਉ ਬਿਸਰੈ ਪ੍ਰਾਨਪਤ ਦਾਤਾ, ਸੋਈ ਗਨਹੁ ਅਭਾਗਾ। ਚਰਨ ਕਮਲ ਜਾ ਕਾ ਮਨ ਰਾਗਿਓ, ਅਮੈ ਸਰੋਵਰ ਪਾਗਾ। ਜਿਸ ਕਉ ਬਿਸਰੈ ਪ੍ਰਾਨਪਤ ਦਾਤਾ, ਸੋਈ ਗਨਹੁ ਅਭਾਗਾ। ਚਰਨ ਕਮਲ ਜਾ ਕਾ ਮਨ ਰਾਗਿਓ, ਅਮੈ ਸਰੋਵਰ ਪਾਗਾ। ਤੇਰਾ ਜਨ ਰਾਮ ਨਾਮ ਰੰਗ ਜਾਗਾ। ਆਲਸ ਸੀਜ ਗਿਆ ਸਭ ਤਨ ਤੇ, ਪ੍ਰੀਤਮ ਸਿਉ ਮਨ ਲਾਗਾ। ਰਹਾਉ ਜਹ ਜਹ ਪੇਖੋ ਤਹ ਨਾਰਾਇਣ, ਸਗਲ ਘਟਾ ਮਹਿ ਤਾਗਾ। ਨਾਮ ਉਦਕ ਪੀਵਤ ਜਨ ਨਾਨਕ, ਤਿਆਗੇ ਸਭ ਅਨੁਰਾਗਾ। ਜਹ ਜਹ ਪੇਖੋ ਤਹ ਨਾਰਾਇਣ, ਸਗਲ ਘਟਾ ਮਹਿ ਤਾਗਾ। ਨਾਮ ਉਦਕ ਪੀਵਤ ਜਨ ਨਾਨਕ, ਤਿਆਗੇ ਸਭ ਅਨੁਰਾਗਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਜੁਗੋ ਜੁਗ ਅਟਲ, ਚਵਰ ਛਤਰ ਤਖਤ ਦੇ ਮਾਲਕ ਸਤਿਗੁਰੂ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਪਾਵਨ ਪਵਿੱਤਰ ਨਿੱਘੀ ਗੋਦ ਅੰਦਰ ਸਤਿਗੁਰੂ ਗੁਰੂ ਰਾਮਦਾਸ ਮਹਾਰਾਜ ਜੀ ਦੇ ਘਰ ਦੀਆਂ ਵਡਿਆਈਆਂ ਪ੍ਰਾਪਤ ਕਰਕੇ ਨਤਮਸਤਕ ਹੋ ਕੇ ਹਾਜ਼ਰੀ ਭਰ ਕੇ ਸਾਹਿਬ ਜੀ ਦੇ ਪਾਵਨ ਚਰਨਾਂ ਵਿੱਚ ਆਣ ਜੁੜ ਮਿਲ ਬੈਠੇ ਵੱਡ ਭਾਗੀ ਸਤਸੰਗੀ ਜਨੋ, ਸਤਿਗੁਰੂ ਰਹਿਮ ਦੇ ਘਰ ਵਿੱਚ ਆਏ ਨੇ, ਤਰੁੱਠੇ ਹਨ ਸਾਡੇ ਤੇ। ਹਜ਼ੂਰ ਨੇ ਅੱਜ ਦੇ ਪਾਵਨ ਮੁੱਖ ਵਾਕ ਧਨਾਸਰੀ ਰਾਗ ਅੰਦਰ ਪੰਚਮ ਗੁਰਦੇਵ ਪਿਤਾ ਜੀ ਦੀ ਰਸਨਾ ਤੋਂ ਉਚਾਰਨ ਕੀਤੇ ਨੇ। ਪਾਵਨ ਬਾਣੀ ਦਾ ਸ਼ਬਦ ਆਪ ਜੀ ਨੇ ਸਰਵਣ ਕੀਤਾ। ਜਿਤਨੀ ਕੁ ਸਤਿਗੁਰੂ ਪਾਤਸ਼ਾਹ ਜੀ ਨੇ ਮਤ ਬੁੱਧ ਬਖਸ਼ੀ ਹੈ, ਅਰਦਾਸ ਹੈ ਆਪ ਸੀਸ ਤੇ ਮਿਹਰ ਭਰਿਆ ਹੱਥ ਰੱਖ ਕੇ ਵਿਚਾਰ ਕਰਨ ਦੀ ਸਮਰੱਥਾ ਝੋਲੀ ਪਾ ਨਿਵਾਜਨ। ਵਿਚਾਰਾਂ ਦੀ ਆਰੰਭਤਾ ਤੋਂ ਪਹਿਲਾਂ ਆਓ ਗੁਰੂ ਬਖਸ਼ਿਸ਼ ਦੇ ਪਾਤਰ ਬਣੀਏ। ਰਸਨਾ ਤੋਂ ਉਚਾਰਨ ਕਰੀਏ ਜੀ ਸਤਨਾਮ ਸਤਨਾਮ ਵਾਹਿਗੁਰੂ। ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਤਨਾਸਰੀ ਮਹੱਲਾ ਪੰਜਵਾ।
ਜਿਸ ਕੋ ਬਿਸਰੈ ਪ੍ਰਾਨਪਤ ਦਾਤਾ ਸੋਈ ਗਨਹੁ ਅਭਾਗਾ। ਸਤਿਗੁਰਾਂ ਨੇ ਮਨੁੱਖ ਨੂੰ ਜੀਵਨ ਦੇ ਕੇ ਸੰਸਾਰ ਤੇ ਭੇਜਿਆ। ਜਿਤਨੀ ਵੀ ਕਾਇਨਾਤ ਹੈ ਤਕਰੀਬਨ ਸਭਨਾਂ ਦੀ ਆਰੰਭਤਾ ਇਆਣੇਪਨ ਤੋਂ ਹੈ, ਬਚਪਨ ਤੋਂ ਹੈ। ਕੋਈ ਵੀ ਡਾਕਟਰ ਰੂਪ ਵਿੱਚ ਪੈਦਾ ਨਹੀਂ ਹੋਇਆ, ਇੰਜੀਨੀਅਰ ਬਣ ਕੇ ਕਿਸੇ ਨੇ ਜਨਮ ਨਹੀਂ ਲਿਆ, ਵਿਦਵਾਨ ਬਣ ਕੇ, ਫਿਲਾਸਫਰ ਬਣ ਕੇ ਦੁਨੀਆ 'ਚ ਕੋਈ ਨਹੀਂ ਆਇਆ। ਮਨੁੱਖ ਦੀ ਆਰੰਭਤਾ ਇਆਣੇਪਨ ਤੋਂ ਹੈ, ਬਚਪਨ ਤੋਂ ਹੈ। ਸਾਹਿਬ ਕਹਿੰਦੇ ਇਆਣੇਪਨ ਤੋਂ ਸਿਆਣੇਪਨ ਵਾਲੇ ਪਾਸੇ ਦਾ ਜਿਹੜਾ ਸਫ਼ਰ ਤੇਰਾ ਆਰੰਭ ਹੋ ਜਾਂਦਾ, ਉਹਦੇ ਲਈ ਬਕਾਇਦਾ ਯੂਨੀਵਰਸਿਟੀਆਂ, ਕਾਲਜ ਆਦਿਕ ਸੰਸਥਾਵਾਂ ਬਣ ਗਈਆਂ। ਉਹਨਾਂ ਦੇ ਵਿੱਚੋਂ ਗੁਜ਼ਰ ਕੇ ਜਾਏਗਾ, ਸਿਆਣਾ ਅਖਵਾਏਗਾ। ਇਆਣੇਪਨ ਤੋਂ ਸਿਆਣੇਪਨ ਦਾ ਸਫ਼ਰ ਹੈ। ਹਜ਼ੂਰ ਕਹਿੰਦੇ ਜਦੋਂ ਬਚਪਨ ਸੀ, ਸਾਹਿਬ ਕਹਿੰਦੇ ਇਸੇ ਲਈ ਪਾਵਨ ਬਾਣੀ 'ਚ ਬਚਨ ਆ ਗਿਆ। ਕਹਿਣ ਲੱਗੇ ਆ ਜਿਹੜਾ ਤੇਰਾ ਬਚਪਨ ਹੈ ਨਾ, ਪਹਿਲੇ ਪਿਆਰ ਲੱਗਾ ਥਣ ਦੁੱਧ, ਦੂਜੇ ਮਾਏ ਬਾਪ ਕੀ ਸ਼ੁੱਧ, ਤੀਜੇ ਭਈਆ ਭਾਬੀ ਬੇਬ, ਚੌਥਾ ਪਿਆਰ ਉਪੰਨੀ ਖੇਡ। ਜਾਂ ਦੂਸਰੇ ਪਾਸੇ ਪੜ੍ਹਦੇ ਆ 12 ਬਰਸ ਬਾਲਪਨ ਬੀਤੇ, 20 ਬਰਸ ਕਿਛ ਤਪ ਨਾ ਕੀਓ। ਹਜ਼ੂਰ ਕਹਿੰਦੇ ਇਆਣਾਪਨ ਹੈ ਮਿੱਤਰਾ ਗਿਲਾ ਨਾ ਕਰੀ। ਇਹੀ ਕਾਰਨ ਹੈ ਉਦੋਂ ਇਹਦੇ ਹੱਥ ਵਿੱਚ ਕਲਮ ਦੀ ਜਗ੍ਹਾ ਜਿਹੜੀ ਪੈਨ ਦੀ ਜਗ੍ਹਾ ਪੈਨਸਲ ਦੇ ਦਿੱਤੀ ਜਾਂਦੀ, ਕਿਉਂਕਿ ਗਲਤੀਆਂ ਬਹੁਤੀਆਂ ਹੁੰਦੀਆਂ। ਬਚਪਨ ਗਲਤੀਆਂ ਦਾ ਪ੍ਰਗਟਾਵਾ ਹੈ। ਸਾਹਿਬ ਕਹਿਣ ਲੱਗੇ ਉਹਦੇ ਤੋਂ ਬਾਅਦ ਸਫ਼ਰ ਜਿਹੜਾ ਸਿਆਣਪ ਵਾਲੇ ਪਾਸੇ ਹੋਣਾ ਚਾਹੀਦਾ। ਆਖਿਆ ਜੀ ਸਿਆਣਾ ਕੌਣ ਬਣਾਉਂਦਾ? ਸਾਹਿਬ ਕਹਿੰਦੇ ਗੁਰੂ ਕੋਲ ਆ। ਜਿਹੜਾ ਗੁਰੂ ਕੋਲ ਆ ਕੇ ਬੈਠੇਗਾ ਨਾ, ਉਹਦੀ ਮੱਤ, ਉਹਦੀ ਬੁੱਧ ਬੜੇ ਐਸੇ ਨੇ ਜਿਹੜੇ ਆਏ ਨੇ ਇਆਣੇ ਬਣ ਕੇ, ਜਦੋਂ ਉੱਠ ਕੇ ਗਏ ਤੇ ਉਹਨਾਂ ਦਾ ਰੂਪ ਸਿਆਣਿਆਂ ਵਾਲਾ ਹੈ। ਪਰ ਸਤਿਗੁਰੂ ਅੱਜ ਜਦੋਂ ਮੈਂ ਧੰਨ ਗੁਰੂ ਰਾਮਦਾਸ ਮਹਾਰਾਜ ਤੁਹਾਡੇ ਘਰ ਦੀਆਂ ਰਹਿਮਤਾਂ ਲੈਣ ਦੇ ਲਈ ਸੰਗਤ ਵਿੱਚ ਬੈਠਾ ਸਾਂ ਤੇ ਮੇਰਿਆਂ ਕੰਨਾਂ ਦੇ ਵਿੱਚ ਇੱਕ ਬਚਨ ਪਿਆ। ਮੈਂ ਸੁਣ ਕੇ ਇਹ ਆਇਆ ਸਾਂ ਵੀ ਤੁਸੀਂ ਸਭਨਾਂ ਨੂੰ ਕਲਾਵੇ 'ਚ ਲੈਂਦੇ ਹੋ, ਸਭਨਾਂ ਨੂੰ ਪਿਆਰ ਕਰਦੇ ਹੋ। ਪਰ ਅੱਜ ਜਿਹੜਾ ਬਚਨ ਹਜ਼ੂਰ ਤੁਸੀਂ ਬੋਲਿਆ ਨਾ, ਮੈਨੂੰ ਇੰਜ ਲੱਗਾ ਵੀ ਜਿਵੇਂ ਮੇਰੇ ਅੰਦਰ ਨੂੰ ਟੁੰਬ ਗਿਆ। ਸਾਹਿਬ ਕਹਿੰਦੇ ਮੈਂ ਐਸਾ ਕੀ ਕਹਿ ਦਿੱਤਾ? ਸਤਿਗੁਰੂ ਤੁਹਾਡੀ ਰਸਨਾ ਤੋਂ ਸ਼ਬਦ ਨਿਕਲਿਆ ਅਭਾਗਾ। ਭਾਗਾਂ ਤੋਂ ਹੀਣਾ, ਬੇਕਰਮਾ ਇਨਸਾਨ। ਸਾਹਿਬ ਮੈਂ ਅਭਾਗਾ। ਮੈਂ ਤੇ ਜਿਵੇਂ ਦੁਨੀਆ ਵਿੱਚ ਆਇਆ, ਜਿੰਨੀ ਕੁ ਸੰਸਾਰ ਨੇ ਮੱਤ ਬੁੱਧ ਦਿੱਤੀ, ਸੰਸਾਰ ਦੇ ਨਾਲ ਪੈਰ ਰਲਾ ਕੇ ਚਲਦਿਆਂ ਹਾਂ ਇਹ ਮੈਂ ਐਕਸੈਪਟ ਕਰਦਾ ਵੀ ਮੇਰੀ ਤੁਹਾਡੇ ਘਰ ਤੋਂ ਦੂਰੀ ਬਣ ਗਈ ਹੈ। ਇਹ ਮੈਂ ਮੰਨਣ ਨੂੰ ਤਿਆਰ ਹਾਂ। ਪਰ ਸਤਿਗੁਰੂ ਮੈਂ ਆਪ ਥੋੜਾ ਵਿਛੜਿਆ। ਮੈਨੂੰ ਥੋੜਾ ਜਿਹਾ ਤੁਸੀਂ ਗਿਆਨ ਹੀ ਝੋਲੀ 'ਚ ਪਾ ਕੇ ਨਵਾਜ ਦਿਓ ਵੀ ਆਖਰ ਮੇਰੇ ਇਹ ਅਭਾਗੇ ਬਣਨ ਦਾ ਕਾਰਨ ਕੀ ਹੈ। ਤੇ ਮਨੁੱਖ ਦੀ ਇਹ ਫਿਤਰਤ ਆਰੰਭ ਕਾਲ ਤੋਂ ਰਹੀ ਹੈ। ਬੰਦਾ ਨਾ ਦੂਸਰੇ ਉੱਤੇ ਬਲੇਮਿੰਗ ਕਰਕੇ ਆਪਣੇ ਆਪ ਨੂੰ ਬਚਾਉਣਾ ਚਾਹੁੰਦਾ। ਸਾਹਿਬ ਜੀ ਨੇ ਬੜਾ ਪਿਆਰਾ ਬਚਨ ਤੁਸੀਂ ਰੋਜ਼ ਪੜ੍ਹ ਕੇ ਆਉਂਦੇ ਹੋ, ਮੇਰੀਆਂ ਇਹ ਦੂਰੀਆਂ ਵਧੀਆਂ ਕਿਉਂ? ਹਜ਼ੂਰ ਨੇ ਇੱਕ ਸ਼ਬਦ ਕਿਹਾ, ਕਿਰਤ ਕਰਮ ਕੇ ਵਿਛੁੜੇ ਕਰ ਕਿਰਪਾ ਮੇਲੋ ਰਾਮ। ਸਤਿਗੁਰੂ ਮੈਂ ਕਰਮਾਂ ਕਰਕੇ ਵਿਛੜਿਆ। ਹੁਣ ਜਦੋਂ ਸਵੇਰੇ ਨਿਤਨੇਮ ਕੀਤਾ ਸਭਨਾਂ ਨੇ ਤੇ ਇੱਕ ਸ਼ਬਦ ਅੱਖਾਂ ਅੱਗੋਂ ਲੰਘਿਆ ਹੋਏਗਾ, ਚੰਗਿਆਈਆਂ ਬੁਰਿਆਈਆਂ ਵਾਚੈ ਧਰਮ ਹਦੂਰ, ਕਰਮੀ ਆਪੋ ਆਪਣੀ ਕੇ ਨੇੜੇ ਕੇ ਦੂਰ। ਕਈਆਂ ਦੇ ਕਰਮਾਂ ਨੇ ਨਜ਼ਦੀਕਤਾ ਬਣਾਤੀ, ਕਈਆਂ ਨੂੰ ਦੂਰੀਆਂ ਬਣਾ ਦਿੱਤੀਆਂ। ਅੱਜ ਫਿਰ ਸਤਿਗੁਰੂ ਗੁਰੂ ਅਰਜਨ ਦੇਵ ਸਾਹਿਬ ਦਾਤਾ ਜੀ ਨੇ ਰਹਿਮ ਕੀਤਾ। ਕਹਿਣ ਲੱਗੇ ਸੱਚੇ ਪਾਤਸ਼ਾਹ ਉਹ ਕਿੰਨੇ ਭਾਗਾਂ ਤੋਂ ਹੀਣੇ ਲੋਕ ਨੇ, ਮੰਦ ਕਰਮੀ ਨੇ ਉਹ ਇਨਸਾਨ ਜਿਨ੍ਹਾਂ ਦੀ ਤੁਹਾਡੇ ਤੋਂ ਦੂਰੀ ਵੱਧ ਗਈ। ਜਿਸ ਕੋ ਵਿਸਰੈ ਪ੍ਰਾਨ ਪਤ ਦਾਤਾ, ਜਿਨ੍ਹਾਂ ਨੂੰ ਪ੍ਰਾਨਾਂ ਦਾ ਪਤੀ ਵਾਹਿਗੁਰੂ ਪਰਮੇਸ਼ਵਰ ਵਿਸਰ ਗਿਆ, ਭੁੱਲ ਗਿਆ। ਦੋ ਸ਼ਬਦ ਨੇ ਜੀ, ਇੱਕ ਹੈ ਵਿਸਰ ਜਾਣਾ, ਇੱਕ ਹੈ ਵਿਛੜ ਜਾਣਾ। ਸਾਡੇ ਤੋਂ ਕੁਝ ਗੁਰੂ ਧਾਮ ਮਜਬੂਰੀ ਵਿੱਚ ਵਿਛੜ ਗਏ ਸਨ। ਸਮੇਂ ਦੀਆਂ ਸਰਕਾਰਾਂ ਵਿੱਚ ਸਹਿਮਤੀਆਂ ਬਣੀਆਂ, ਅਸੀਂ ਵੀਜ਼ੇ ਲੈ ਕੇ ਦਰਸ਼ਨ ਕਰ ਆਏ ਉਹਨਾਂ ਦੇ। ਜਿਹੜਾ ਵਿਛੜਨਾ ਨਾ ਉਹ ਮਜਬੂਰੀ 'ਚ ਹੈ। ਪਰ ਜਿਹੜਾ ਸ਼ਬਦ ਹਜ਼ੂਰ ਨੇ ਵਰਤਿਆ ਨਾ, ਅਭਾਗਾ ਤਾਂ ਸ਼ਬਦ ਵਰਤਿਆ, ਕਹਿੰਦੇ ਤੈਨੂੰ ਵਿਛੜਿਆ ਨਹੀਂ, ਤੈਨੂੰ ਵਿਸਰ ਗਿਆ, ਤੈਨੂੰ ਭੁੱਲ ਹੀ ਗਿਆ। ਤੇ ਜਿਨ੍ਹਾਂ ਨੂੰ ਵਾਹਿਗੁਰੂ ਪਰਮੇਸ਼ਵਰ ਭੁੱਲ ਜਾਏ ਨਾ, ਸਾਹਿਬ ਕਹਿੰਦੇ ਬੜੇ ਮੰਦਭਾਗੀ ਲੋਕ ਨੇ ਉਹ। ਹਜ਼ੂਰ ਦੀ ਬਾਣੀ ਪੜ੍ਹਦੇ ਆ, ਸਾਹਿਬ ਕਹਿੰਦੇ ਆ ਤੈਨੂੰ ਤਸਵੀਰ ਵਿਖਾਵਾਂ ਉਹਨਾਂ ਲੋਕਾਂ ਦੀ ਜਿਨ੍ਹਾਂ ਨੂੰ ਵਿਛੜਿਆ। ਤੇ ਪਤਾ ਸ਼ਬਦ ਕੀ ਕਹੇ? ਕਹਿਣ ਲੱਗੇ ਹਰ ਬਿਸਰਤ
ਬੜੀ ਵਾਰੀ ਹੁਕਮਨਾਮਾ ਆਇਆ, ਬੜੀ ਵਾਰੀ ਤੁਸੀਂ ਵਿਚਾਰ ਸਰਵਣ ਕੀਤੀ, ਹਰ ਬਿਸਰਤ ਸਦਾ ਖੁਆਰੀ, ਫਿਰ ਖੁਆਰੀਆਂ ਦਾ ਰਾਹ ਆਰੰਭ ਹੋਏਗਾ। ਸਾਹਿਬ ਕਹਿਣ ਲੱਗੇ ਜ਼ਿੰਦਗੀ 'ਚ ਹੋਰ ਤੇ ਕੁਝ ਹੈ ਹੀ ਦੁੱਖ ਨਹੀਂ, ਸਭ ਤੋਂ ਵੱਡਾ ਦੁੱਖੜਾ ਕਾਹਦਾ ਗਿਣਿਆ, ਦੁੱਖ ਵਿਛੋੜਾ। ਇੱਕ ਦੁੱਖ ਭੂਖ, ਕਹਿਣ ਲੱਗੇ ਜਿਨ੍ਹਾਂ ਨੂੰ ਕਰਤਾ ਵਿਸਰ ਗਿਆ। ਸਤਿਗੁਰੂ ਕਹਿਣ ਲੱਗੇ ਦੁੱਖ ਤਦੇ ਜਾਂ ਵਿਸਰੇ ਜਿਨ੍ਹਾਂ ਨੂੰ ਵਾਹਿਗੁਰੂ ਪਰਮੇਸ਼ਵਰ ਭੁੱਲਿਆ ਵਿਸਰਿਆ। ਸਾਹਿਬ ਕਹਿੰਦੇ ਜੀਵਨ ਦੁਖੀ ਬਣ ਗਿਆ। ਕਈ ਵਾਰੀ ਬੰਦੇ ਅੰਦਰ ਵਿਚਾਰ ਆ ਜਾਂਦੀ ਵੀ ਨਹੀਂ, ਸ਼ਾਇਦ ਗਿਆਨੀ ਜੀ ਨੂੰ ਭੁਲੇਖਾ ਹੈ, ਮੈਂ ਸਵੇਰੇ ਕਥਾ ਸੁਣਨਾ ਆਉਣਾ, ਸ਼ਾਮ ਨੂੰ ਸੁਖਾਸਨ ਦੀ ਸੇਵਾ, ਰਹਿ ਰਾਸ ਦੀ ਸੇਵਾ ਮੈਂ ਗੁਰੂ ਦੀ ਗੋਦ ਵਿੱਚ ਬਹਿ ਕੇ ਨਿਭਾਉਣਾ। ਮੈਂ ਜਦੋਂ ਵੀ ਕਿਤੇ ਸਮਾਂ ਮਿਲਦਾ, ਸ਼ਬਦ ਵਿਚਾਰ ਚੱਲ ਰਹੀ ਹੋਵੇ, ਮੈਂ ਟੀਵੀ ਅੱਗੇ ਬਹਿ ਜਾਣਾ, ਮੈਂ ਸਰਵਣ ਕਰਦਾ, ਮੈਂ ਸੁਣਦਾ। ਮੈਂ ਕਿਵੇਂ ਦੂਰ ਆਪਣੇ ਆਪ ਨੂੰ ਮੰਨ ਲਵਾਂ ਵੀ ਮੈਂ ਵਿਸਰਿਆ ਹੋਇਆ ਤੇ ਅਭਾਗਾ। ਇੱਕ ਗੱਲ ਹਮੇਸ਼ਾ ਯਾਦ ਰੱਖਿਓ, ਸਰੀਰ ਦੀ ਨਜ਼ਦੀਕਤਾ ਨਹੀਂ। ਸਰੀਰ ਕਰਕੇ ਦੁਨੀਆ ਜਿਹੜੀ ਹੈ, ਜਿਸ ਗੰਗੂ ਦਾ ਅਸੀਂ ਜ਼ਿਕਰ ਕਰਦੇ ਹਾਂ, ਸਰੀਰ ਕਰਕੇ ਤੇ ਉਹ ਵੀ ਗੁਰੂ ਘਰ ਵਿੱਚ ਬੜਾ ਲੰਮਾ ਸਮਾਂ ਬਤੀਤ ਕਰਦਾ ਹੈ। ਗੱਲ ਸਰੀਰ ਦੀ ਨਹੀਂ। ਸਤਿਗੁਰੂ ਸਾਹਿਬੇ ਕਮਾਲ ਧੰਨ ਗੁਰੂ ਗੋਬਿੰਦ ਸਿੰਘ ਦਾਤਾ ਹਜ਼ੂਰ ਦੇ ਜੀਵਨ ਵਿੱਚ ਬੜਾ ਪਿਆਰਾ ਜ਼ਿਕਰ ਆਉਂਦਾ ਹੈ। ਸਤਿਗੁਰਾਂ ਦੇ ਜਦੋਂ ਆਨੰਦਪੁਰ ਸਾਹਿਬ ਦੀ ਮੁਕੱਦਸ ਧਰਤੀ ਤੇ ਸਿੱਖ ਸੰਗਤਾਂ ਦੇ ਨਾਲ ਆਨੰਦ ਦੀਆਂ ਵਿਚਾਰਾਂ ਕਰਦੇ ਨੇ ਨਾ, ਉਸ ਜਗ੍ਹਾ ਦੇ ਉੱਤੇ ਇੱਕ ਇਨਸਾਨ ਤਕਰੀਬਨ 4-5 ਨਾਲ ਹੋਰ ਲੋਕਾਂ ਨੂੰ ਆਪਣੇ ਸਾਥੀ ਬਣਾ ਕੇ ਆਇਆ। ਇਤਿਹਾਸ 'ਚ ਨਾ ਅੱਬੂ ਤਰਾਬ ਕਰਕੇ ਆਉਂਦਾ। ਬੜਾ ਵਧੀਆ ਹਕੀਮ ਸੀ, ਔਰੰਗਜ਼ੇਬ ਦਾ ਕਹਿ ਸਕਦੇ ਹਾਂ ਵੀ ਨਿੱਜੀ ਹਕੀਮ ਹੈ। ਹਰੇਕ ਜਿਹੜੀ ਮੈਡੀਸਨ ਇਹਦੇ ਕੋਲੋਂ ਜਾਣੀ ਤਾਂ ਉਹਨੇ ਉਹਦਾ ਆਹਾਰ ਕਰਨਾ ਜੀਵਨ ਦੀਆਂ ਦੁੱਖਾਂ ਨੂੰ ਤੋੜਨ ਦੇ ਲਈ। ਕੁਦਰਤੀ ਸਬੱਬ ਬਣ ਗਿਆ। ਔਰੰਗਜ਼ੇਬ ਦੇ ਜਿੰਨੇ ਸੂਈਏ ਵਸਦੇ ਸਨ ਨਾ ਆਨੰਦਪੁਰ ਸਾਹਿਬ ਦੀ ਧਰਤੀ ਤੇ, ਉਹ ਸਾਰੇ ਇੱਕ ਤੋਂ ਬਾਅਦ ਜੀਵਨ ਪਲਟਦਾ ਗਿਆ, ਕਿਉਂਕਿ ਗੁਰੂ ਦੀ ਇਹੀ ਖਾਸੀਅਤ ਹੈ। ਗੁਰੂ ਦੀ ਇਹ ਖਾਸੀਅਤ ਹੈ। ਭਾਈ ਸਾਹਿਬ ਭਾਈ ਗੁਰਦਾਸ ਜੀ ਨੇ ਬੜੀ ਪਿਆਰੀ ਇੱਕ ਬਚਨ ਕਿਹਾ ਹੋਇਆ ਹੈ। ਉਹ ਕਹਿਣ ਲੱਗੇ ਜਿਹੜਾ ਪਾਰਸ ਹੈ ਨਾ, ਪਾਰਸ ਉਹਦਾ ਸੁਭਾਅ ਹੈ, ਉਹਦੇ ਨਾਲ ਛੂਹ ਜਾਣ ਵਾਲੀਆਂ 8 ਧਾਤਾਂ ਉਹ ਕਨਵਰਟ ਹੋ ਕੇ ਸੋਨੇ 'ਚ ਤਬਦੀਲ ਹੋ ਜਾਂਦੀਆਂ। ਬਸ ਜਿਹੜਾ ਗੁਰੂ ਨਾਲ ਛੂਹ ਗਿਆ ਨਾ, ਗੁਰੂ ਦੀ ਵਿਚਾਰਧਾਰਾ ਨਾਲ, ਉਹਦਾ ਵੀ ਜੀਵਨ ਬਦਲ ਜਾਂਦਾ। ਆਉਂਦੇ ਸਾਰੇ ਸੂਹ ਦੇਣ ਲਈ ਨੇ, ਪਰ ਸਮੇਂ ਨਾਲ ਉਹਨਾਂ ਨੇ ਵਾਪਸ ਮੁੜ ਜਾਣਾ, ਆਪਣੇ ਜੀਵਨ ਨੂੰ ਚੇਂਜ ਕਰ ਲੈਣਾ। ਔਰੰਗਜ਼ੇਬ ਨੂੰ ਕੋਈ ਖਤ ਨਾ ਲਿਖਣਾ। ਉਹਨਾਂ ਅੱਜ ਅੱਬੂ ਤਰਾਬ ਨਾਲ ਗੱਲ ਕੀਤੀ, ਕਹਿੰਦੇ ਬੜਾ ਦੁਖੀ ਆ। ਉਹ ਕਹਿੰਦਾ ਮੈਂ ਬੜੀਆਂ ਦਵਾਈਆਂ ਦਿੱਤੀਆਂ, ਟੈਨਸ਼ਨਾਂ ਵੱਧਦੀਆਂ ਜਾ ਰਹੀਆਂ, ਚਿਹਰੇ ਤੋਂ ਰੌਣਕ ਘਟਦੀ ਜਾ ਰਹੀ ਹੈ। ਕੀ ਕਾਰਨ ਹੈ? ਕਹਿੰਦਾ ਹਰ ਟਾਈਮ ਇੱਕ ਅੰਦਰ ਤਰਾਸ ਪੈ ਰਹੀ ਹੈ, ਇੱਕ ਡਰ ਪਿਆ ਹੋਇਆ ਹੈ। ਜਦੋਂ ਰਣਜੀਤ ਨਗਾਰਾ ਵੱਜਦਾ ਨਾ, ਮੇਰੇ ਅੰਦਰ ਦਰਦ ਛਿੜ ਜਾਂਦਾ ਹੈ। ਜਦੋਂ ਮੈਂ ਕਿਸੇ ਦੇ ਮੂੰਹ ਤੋਂ ਉਥੋਂ ਦੀਆਂ ਉਪਮਾਵਾਂ ਸ਼ੋਭਾਵਾਂ ਸੁਣਦਾ, ਮੈਂ ਅੰਦਰ ਤੱਕ ਜਿਹੜਾ ਕਲਪ ਜਾਣਾ। ਮੇਰਾ ਮਨ ਬੜਾ ਵਿਆਕੁਲ ਰਹਿੰਦਾ, ਬੜਾ ਦੁਖੀ ਰਹਿੰਦਾ। ਕੋਈ ਦਵਾ ਕਾਟ ਨਹੀਂ ਕਰ ਰਹੀ। ਸਾਰੇ ਮੇਰੇ ਭੇਜੇ ਹੋਏ ਸੂਈਏ ਵੀ ਮੂੰਹ ਮੋੜ ਗਏ। ਹੁਣ ਇੱਕੋ ਇੱਕ ਤੂੰ ਉਹ ਹੈ ਜਿਹਦੇ ਤੇ ਮੇਰਾ ਦਿਲੋਂ ਯਕੀਨ ਹੈ। ਤੂੰ ਮੈਨੂੰ ਕਦੀ ਧੋਖਾ ਨਹੀਂ ਦੇਂਗਾ। ਕਿੰਨਾ ਚੰਗਾ ਹੋਏ ਜੇ ਤੂੰ ਚਲਾ ਜਾਏ। ਕਹਿੰਦਾ ਜੀ ਠੀਕ ਹੈ। ਨਾਲ ਕੁਝ ਬੰਦੇ ਲੈ ਕੇ ਆਨੰਦਪੁਰ ਸਾਹਿਬ ਆ ਗਿਆ। ਮੈਂ ਮੁਖਬਰ ਬਣ ਕੇ ਖਬਰਾਂ ਦਿਆਂਗਾ। ਹੁਣ ਇਹਨੂੰ ਜੜੀਆਂ, ਕਿਉਂਕਿ ਸੁਭਾਵਕ ਹੈ ਜਿਹੜਾ ਵੈਦ ਹੈ ਉਹਨੂੰ ਜੜੀਆਂ ਬੂਟਿਆਂ ਦਾ ਵੀ ਬੜਾ ਪਤਾ ਹੈ। ਉੱਥੇ ਰਹਿਣਾ ਤੇ ਗੁਰਸਿੱਖਾਂ ਦੇ ਅੰਦਰ ਇੱਕ ਕਲਾ ਵਰਤੀ ਹੋਈ ਹੈ ਆਰੰਭ ਕਾਲ ਤੋਂ ਹੀ। ਸਤਿਗੁਰੂ ਸੱਚੇ ਪਾਤਸ਼ਾਹ ਜੀ ਦੇ ਬਚਨ ਪੜ੍ਹਦੇ ਆ ਨਾ, ਗੁਰਸਿੱਖਾਂ ਇੱਕੋ ਪਿਆਰ। ਇੱਥੇ ਕੋਈ ਇਹ ਨਹੀਂ ਸਮਝਦਾ ਇਹ ਬਗਾਨਾ ਹੈ, ਇਹ ਹੋਰ ਪਿੰਡ ਦਾ ਹੈ, ਹੋਰ ਜਾਤ ਦਾ ਹੈ, ਹੋਰ ਕਲਰ ਦਾ ਹੈ। ਇਹ ਚੀਜ਼ ਗੁਰਸਿੱਖਾਂ ਅੰਦਰ ਨਹੀਂ। ਉਹਨਾਂ ਗੁਰਸਿੱਖ ਸਨ ਜਿਹੜੇ, ਉਹਨਾਂ ਬੜੇ ਪਿਆਰ ਨਾਲ ਗੱਲ ਕਰਨੀ। ਇਹਨਾਂ ਨੂੰ ਫੜ ਕੇ ਲੰਗਰ 'ਚ ਲੈ ਕੇ ਜਾਣਾ, ਲੰਗਰ ਛਕਾਣਾ। 1 2 4 ਵਾਰੀ ਆਏ, ਸੰਗਤ ਨਾਲ ਸਨੇਹ ਬਹੁਤ ਬਣ ਗਿਆ। ਕੁਦਰਤੀ ਨਾਲੋਂ ਨਾਲ ਖਬਰਾਂ ਵੀ ਜਿਹੜੀਆਂ ਨੇ ਉਹ ਲੀਕ ਕਰਦੇ ਨੇ ਵੀ ਇਸ ਘਰ 'ਚ ਆਹ ਕੁਝ ਵਾਪਰਦਾ। ਅੱਜ ਸਬੱਬ ਐਸਾ ਬਣ ਗਿਆ। ਇਹ ਜਿਹੜਾ ਅੱਬੂ ਤਰਾਬ ਹੈ ਨਾ, ਗੁਰੂ ਚਰਨਾਂ ਵਿੱਚ ਆਇਆ ਤੇ ਇੱਕ ਬੜਾ ਮੋਹਤਬਰ ਸਿੱਖ ਸੀ ਜਿਹੜਾ ਹਰ ਰੋਜ਼ ਗੁਰਸਿੱਖਾਂ ਨੂੰ ਜੀਓ ਆਇਆ ਕਹਿਣਾ, ਜਲ ਪਾਣੀ ਛਕਾਣਾ। ਉਹਨੇ ਵੇਖਿਆ ਵੀ ਉਹਦੇ ਚਿਹਰੇ ਤੇ ਖੂਨੋ ਖੂਨ, ਹਾਲਤ ਬੜੀ ਨਾਜ਼ੁਕ, ਮੂੰਹ 'ਚੋਂ ਝੱਗ ਨਿਕਲਦਾ। ਕੋਲ ਚਲਿਆ ਗਿਆ, ਕਹਿਣ ਲੱਗਾ ਹੋਇਆ ਕੀ? ਪਤਾ ਲੱਗਾ ਬਿਲਾਸਪੁਰ ਦਿਆਂ ਰਾਜਿਆਂ ਨੇ, ਨਾਲ ਉਹਦੇ ਜਿਤਨੇ ਕੁ ਹੋਰ ਅਹਿਲਕਾਰ ਸਨ, ਉਹਨਾਂ ਇਸ ਸਿੱਖ ਦੀ ਕੁੱਟਮਾਰ ਕੀਤੀ ਹੈ। ਕਹਿੰਦੇ ਆ ਪੱਥਰ ਦੇ ਅੱਗੇ ਸਿਰ ਝੁਕਾ, ਠਾਕਰ ਦੇ ਅੱਗੇ, ਮੂਰਤ ਦੇ ਅੱਗੇ ਸਿਰ ਝੁਕਾ। ਗੁਰੂ ਕੇ ਗੁਰਸਿੱਖ ਨੇ ਕਿਹਾ, ਕਹਿਣ ਲੱਗਾ ਜ਼ਮੀਰ ਇਜਾਜ਼ਤ ਨਹੀਂ ਦਿੰਦੀ। ਉਹਨਾਂ ਮੂੰਹ ਵਿੱਚ ਧੱਕੇ ਨਾਲ ਪੋਇਜ਼ਨ ਜ਼ਹਿਰ ਪਾ ਦਿੱਤੀ। ਮੂੰਹ ਚੋਂ ਝੱਗ ਨਿਕਲ ਰਿਹਾ ਹੈ।
ਹਾਲਤ ਨਾਜ਼ੁਕ ਬਣੇ ਹੋਏ ਨੇ। ਸਤਿਗੁਰੂ ਜੀ ਨੇ ਕੁਝ ਔੜ ਪੌੜ ਕਰਵਾਇਆ, ਇਹ ਗੁਰੂ ਕੇ ਗੁਰਸਿੱਖ ਦਾ ਜੀਵਨ ਬਚ ਗਿਆ। ਹੁਣ ਇਹਦੇ ਅੰਦਰ ਨਾ ਅਬੂ ਤਰਾਬ ਦੇ ਅੰਦਰ ਇੱਕ ਚੀਜ਼ ਆ ਗਈ, ਕਹਿੰਦਾ ਮਨਾ ਵੇਖੋ ਬੰਦਾ ਕਿਤੇ ਨਾ ਕਿਤੇ ਗੁਰਬਾਣੀ ਸੁਣਤ ਮੇਰਾ ਮਨ ਦਰਵਿਆ, ਕਿਤੇ ਨਾ ਕਿਤੇ ਅੰਦਰ ਜ਼ਮੀਰ ਨੂੰ ਆਵਾਜ਼ ਪੈ ਜਾਂਦੀ ਵੀ ਆਹ ਕੰਮ ਗਲਤ ਹੈ। ਉਹ ਗੱਲ ਵੱਖਰੀ ਹੈ, ਬੰਦਾ ਮੰਨੇ ਨਾ, ਕਿਉਂਕਿ ਸਮਾਜ ਕਰਕੇ ਨਾ ਕਈ ਚੀਜ਼ਾਂ ਬੰਦਾ ਸਿਰ ਤੇ ਭਾਰ ਰੂਪ ਚੁੱਕੀ ਫਿਰਦਾ, ਪ੍ਰਵਾਨ ਨਹੀਂ ਕਰਦਾ ਪਿਆ, ਪਰ ਅੰਦਰੋਂ ਆਵਾਜ਼ ਆਉਂਦੀ ਹੈ ਮਨਾ ਹੈ ਤੇ ਗਲਤ, ਮੈਂ ਕਰਤੇ ਜ਼ਿਆਦਤੀ ਰਿਹਾ। ਇਹਦੇ ਅੰਦਰ ਵੀ ਵਿਚਾਰ ਆਈ ਵੀ ਮੈਂ ਗਲਤ ਕਰ ਰਿਹਾ। ਕੁਝ ਕੁ ਦਿਨ ਬੀਤੇ, ਅੱਜ ਇਹ ਕੋਈ ਜੰਗਲ ਚੋਂ ਜੜੀਆਂ ਬੂਟੀਆਂ ਲੈਣ ਗਿਆ ਤੇ ਇੱਕ ਕੋਈ ਬਹੁਤ ਭਿਆਨਕ ਡਾਕੂ ਇਨਸਾਨ ਸੀ ਜਿਹੜਾ ਆਉਂਦਿਆਂ ਸਿੱਖਾਂ ਨੂੰ ਲੁੱਟ ਲੈਣਾ, ਸਿੱਖਾਂ ਦੀ ਮਾਰ ਧਾੜ ਕਰਨੀ, ਇਵਨ ਇੱਥੋਂ ਤੱਕ ਧੀਆਂ ਭੈਣਾਂ ਵਾਲੇ ਪਾਸੇ ਮੰਦ ਕਰਮੀ ਨਜ਼ਰ ਪਾਉਣੀ। ਉਹਨੂੰ ਵੇਖਿਆ, ਕਿਸੇ ਨੇ ਉਹਦੇ ਤੇ ਵਾਰ ਕੀਤੇ ਨੇ, ਖੂਨੋ ਖੂਨ ਹੋਇਆ, ਜ਼ਮੀਨ ਤੇ ਡਿੱਗਿਆ ਪਿਆ, ਉਹ ਕਰਾਉਂਦਾ। ਪਰ ਅਬੂ ਤਰਾਬ ਨੇ ਵੇਖਿਆ ਵੀ ਬਦਨਾਮ ਡਾਕੂ ਹੈ, ਮੈਂ ਕੀ ਲੈਣਾ, ਕੋਲੋਂ ਲੰਘ ਗਿਆ। ਐਨੇ ਨੂੰ ਕੋਈ ਗੁਰਸਿੱਖ ਆ ਗਿਆ, ਉਹਦੀਆਂ ਕੰਨਾਂ 'ਚ ਆਵਾਜ਼ ਪਈ, ਉਹਨੇ ਘੋੜਾ ਰੋਕਿਆ, ਵੇਖਿਆ, ਮੂੰਹ ਮੱਥਾ ਸਾਫ਼ ਕੀਤਾ। ਅਬੂ ਤਰਾਬ ਆਇਆ, ਕਹਿਣ ਲੱਗਾ ਬੜਾ ਬਦਨਾਮ ਏ, ਗੁਰੂ ਕਿਆਂ ਗੁਰਸਿੱਖਾਂ ਨੂੰ ਬੜੀ ਵਾਰੀ ਲੁੱਟਿਆ, ਬੜੇ ਮੰਦ ਕਰਮ ਕੀਤੇ ਨੇ ਇਹ ਇਨਸਾਨ ਨੇ। ਉਹ ਕਹਿਣ ਲੱਗੇ ਫਿਰ ਜੇ ਇਹ ਮੰਦ ਕਰਮਈਆਂ ਹੈ ਤੇ ਮੈਂ ਮੰਦ ਕਰਮੀ ਨਹੀਂ ਨਾ ਬਣਨਾ, ਮੈਂ ਤੇ ਜਿਹੜੇ ਗੁਰੂ ਦੀ ਗੋਦ 'ਚ ਬਹਿਣਾ ਉੱਥੋਂ ਆਵਾਜ਼ ਆਉਂਦੀ ਫਰੀਦਾ ਬੁਰੇ ਦਾ ਭਲਾ ਕਰ, ਮੈਂ ਤੇ ਇਹ ਵਿਚਾਰ ਵਾਲਾ, ਮੈਨੂੰ ਇਹਦੇ ਮੰਦ ਕਰਮੀ ਹੋਣ ਨਾਲ, ਲੁੱਟਣ ਨਾਲ, ਮਾਰਨ ਨਾਲ ਮੇਰਾ ਕੋਈ ਜਿਹੜਾ ਇਹਦੇ ਨਾਲ ਕੋਈ ਸੰਬੰਧ ਨਹੀਂ ਬਣਦਾ। ਉਹ ਕਹਿਣ ਲੱਗੇ ਠੀਕ ਹੈ। ਉਹਨਾਂ ਨੇ ਉਸ ਡਾਕੂ ਨੂੰ ਚੁੱਕਿਆ, ਘੋੜੇ ਤੇ ਪਾਇਆ ਤੇ ਸਤਿਗੁਰਾਂ ਦੇ ਦਰਬਾਰ ਲੈ ਆਇਆ। ਅਬੂ ਤਰਾਬ ਨੇ ਵੇਖਿਆ ਵੀ ਗੁਰੂ ਸਾਹਿਬ ਨੇ ਇਲਾਜ ਕਰ ਦਿੱਤਾ ਹੈ, ਜੀਵਨ ਇਹਦਾ ਬਚ ਗਿਆ ਹੈ। ਇੱਕ ਅੰਦਰ ਵਿਚਾਰ ਆ ਗਈ, ਉਹ ਮਨਾ ਇਹ ਤੇ ਉਹ ਘਰ ਹੈ ਜਿਹੜਾ ਮੁਰਦਿਆਂ 'ਚ ਜ਼ਿੰਦਗੀ ਪਾ ਦਿੰਦਾ ਹੈ, ਜਿਹੜਾ ਕਿਸੇ ਦੀ ਚੰਗੇ ਮਾੜੇ ਦੀ ਵਿਚਾਰ ਨੂੰ ਵੀ ਨਹੀਂ ਅਲਾਪਦਾ, ਪਰ ਤੂੰ ਕਿਵੇਂ ਦਾ ਇਸ ਘਰ ਦੀਆਂ ਮੁਖਬਰੀਆਂ ਕਰਦਾ ਹੈ। ਬਸ ਆਖਰੀ ਦਿਨ ਸੀ, ਇਹਨੇ ਉਸੇ ਦਿਨ ਕਲਮ ਤੋੜ ਦਿੱਤੀ, ਮੈਂ ਅੱਜ ਤੋਂ ਬਾਅਦ ਮੁਖਬਰ ਬਣ ਕੇ ਨਹੀਂ ਵਿਚਰਾਂਗਾ। ਸਿੱਖਾਂ 'ਚ ਜਾ ਕੇ ਮੰਨ ਲਿਆ, ਕਹਿੰਦਾ ਮੈਂ ਨੀਅਤ ਨਾਲ ਆਇਆ, ਮੈਨੂੰ ਬਾਗਬਾਨੀ ਆਉਂਦੀ ਹੈ, ਮੈਨੂੰ ਖੇਤੀਬਾੜੀ ਬਾਰੇ ਪਤਾ ਹੈ, ਇਸ ਘਰ 'ਚ ਐਂਟਰੀ ਮੈਂ ਤਾਂ ਕੀਤੀ ਹੈ, ਇੱਥੋਂ ਦੀਆਂ ਖਬਰਾਂ ਦੂਰ ਦੂਰ ਤੱਕ ਪਹੁੰਚਾ ਦਿਆਂ, ਪਰ ਅੱਜ ਮੈਂ ਅੰਦਰੋਂ ਟੁੱਟਿਆ, ਪਤਾ ਨਹੀਂ ਸਤਿਗੁਰੂ ਕੀ ਸਜ਼ਾਵਾਂ ਦੇਣਗੇ। ਗੁਰਸਿੱਖਾਂ ਨੇ ਇੱਕ ਗੱਲ ਕਹੀ, ਕਹਿੰਦੇ ਇਹ ਘਰ ਬੜਾ ਅਜੀਬ ਹੈ, ਇਸ ਘਰ ਵਿੱਚ ਤੇ ਕਿਤੇ ਬੰਦਾ ਭੁੱਲ ਕੇ ਗਲਤੀ ਵੀ ਕਰ ਲੈਂਦਾ ਨਾ। ਆਪਾਂ ਕਈ ਵਾਰੀ ਜਾਣੇ ਅਣਜਾਣੇ ਵਿੱਚ ਐਸੀਆਂ ਗਲਤੀਆਂ ਕਰ ਲੈਂਦੇ ਆ, ਤੇ ਜੇ ਪੰਜ ਗੁਰੂ ਰੂਪ ਵਿੱਚ ਵੀ ਆਉਣ ਤੇ ਉਹ ਆ ਕੇ ਕੀ ਕਹਿਣਗੇ, ਕਹਿੰਦੇ ਗੁਰੂ ਕਿਆ ਗੁਰਸਿੱਖਾਂ ਐ ਕਰਿਆ ਕਰ, ਅੱਜ ਤੋਂ ਇੱਕ ਸੁਖਮਨੀ ਸਾਹਿਬ ਜੀ ਦੀ ਬਾਣੀ ਦਾ ਪਾਠ ਵਧਾ ਦੇ, ਅੱਜ ਤੋਂ 10 ਦਿਨ ਜਾ ਕੇ ਜੋੜਿਆਂ ਦੀਆਂ ਸੇਵਾਵਾਂ ਕਰ, ਇਹਦੀਆਂ ਤੇ ਸੇਵਾਵਾਂ ਵੀ ਨਜ਼ਦੀਕੀਆਂ ਬਣਾਉਣ ਵਾਲੀਆਂ। ਹੁਣ ਕਹਿੰਦੇ ਤੂੰ ਜਾ ਕੇ ਗੱਲ ਤੇ ਕਰ। ਜਿਦਨ ਜਾ ਕੇ ਗੱਲ ਕੀਤੀ, ਕਹਿੰਦਾ ਸਤਿਗੁਰੂ ਰਹਿੰਦਾ ਹਜ਼ੂਰੀ 'ਚ, ਮਨ ਵਿੱਚ ਇਹੀ ਹੈ ਗੁਰੂ ਘਰ ਦੇ ਵਿੱਚ ਰਹਿਣਾ, ਪਰ ਹਕੀਕਤ ਇਹ ਹੈ ਅੰਦਰੋਂ ਵਿਛੜਿਆ ਹੋਇਆ। ਅੱਜ ਮੈਂ ਤੁਹਾਡੇ ਕੋਲ ਐਕਸੈਪਟ ਕਰਦਾ, ਮੈਂ ਆਹ ਕਾਰਜ ਲਈ ਆਇਆ ਸੀ, ਮੇਰੇ ਤੇ ਰਹਿਮ ਕਰੋ। ਸਤਿਗੁਰਾਂ ਨੇ ਗਲ ਨਾਲ ਹੀ ਨਹੀਂ ਲਾਇਆ, ਬਲਕਿ ਇਹਨੂੰ ਇੰਨਾ ਕੁ ਪਿਆਰ ਤੇ ਸਨੇਹ ਦਿੱਤਾ, ਮੁੜ ਕੇ ਜ਼ਿੰਦਗੀ ਭਰ ਇਹ ਸਤਿਗੁਰੂ ਜੀ ਦੇ ਚਰਨਾਂ 'ਚੋਂ ਵੱਖ ਨਹੀਂ ਹੋ ਪਾਇਆ। ਹਜ਼ੂਰ ਕਹਿੰਦੇ ਸਰੀਰ ਦਾ ਨਜ਼ਦੀਕ ਹੋਣਾ ਮਿਲਣਾ ਨਹੀਂ, ਮਨੁੱਖ ਕੋਲ ਰਹਿ ਕੇ ਵੀ ਵਿਛੋੜਿਆਂ 'ਚ ਹੈ, ਪਰ ਕਈ ਵਾਰੀ ਦੂਰ ਰਹਿ ਕੇ ਵੀ ਨਜ਼ਦੀਕੀਆਂ ਬਣਾ ਲੈਂਦਾ। ਸਾਹਿਬ ਕਹਿੰਦੇ ਤੂੰ ਕਿੱਡਾ ਬੇਭਾਗਾ ਹੈ ਜਿਹਦੇ ਜੀਵਨ 'ਚੋਂ ਵਾਹਿਗੁਰੂ ਭੁੱਲ ਗਿਆ। ਪੁਰਾਤਨ ਸਮੇਂ 'ਚ ਮਾਤਾਵਾਂ ਬਾਜ਼ਾਰ ਜਾਣਾ, ਉਹਨਾਂ ਚੁੰਨੀ ਨਾਲ ਨਾ ਕੁਝ ਗੰਢਾਂ ਬੰਨ੍ਹ ਲੈਣੀਆਂ, ਉਹਦਾ ਕਾਰਨ ਸੀ ਗੰਢ ਫੜਾਂਗੇ ਤੇ ਯਾਦ ਆ ਜਾਏਗਾ ਆਹ ਚੀਜ਼ ਲੈ ਕੇ ਆਉਣੀ ਹੈ, ਆਹ ਚੀਜ਼ ਮੈਨੂੰ ਗੰਢ ਜਿਹੜੀ ਹੈ ਯਾਦ ਕਰਾ ਦੇਗੀ, ਆਹ ਚੀਜ਼ ਲੈ ਕੇ ਆਉਣੀ। ਬਸ ਉਦੋਂ ਇੱਕ ਰਿਵਾਜ ਬਣਿਆ ਸੀ, ਪਹਿਲਾਂ ਉਹ ਗੰਢਾਂ ਚੁੰਨੀ ਨੂੰ ਵੱਜੀਆਂ, ਫਿਰ ਕੁਝ ਲੋਕਾਂ ਨੇ, ਸਿਆਣਿਆਂ ਬਜ਼ੁਰਗਾਂ ਨੇ ਬਹਿ ਕੇ ਵਿਚਾਰ ਕੀਤੀ, ਓਏ ਰੱਬ ਰੱਬ ਵੀ ਕਰ ਲਿਆ ਕਰੋ। ਬੰਦੇ ਨੇ ਕਿਹਾ ਜੀ ਭੁੱਲ ਜਾਂਦਾ। ਉਹਨਾਂ ਧਾਗਾ ਲਿਆ, ਧਾਗੇ ਨੂੰ ਕੁਝ ਗੰਢਾਂ ਬੰਨ੍ਹ ਕੇ ਹੱਥ ਵਿੱਚ ਫੜਿਆ, ਕਹਿੰਦੇ ਲੈ ਹੁਣ ਤੇ ਯਾਦ ਰਹੇਗਾ ਨਾ ਵੀ ਧਾਗਾ ਕਿਸ ਕੰਮ ਹੈ, ਧਾਗੇ ਨਾਲ ਕਹੀ ਜਾਣਾ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ। ਉੱਥੋਂ ਹੀ ਫਿਰ ਜਿਹੜਾ ਅਗਲਾ ਪੜਾਅ ਬਣਿਆ ਸੀ ਉਹ ਸੀ ਮਾਲਾ ਦਾ, ਉਹਦੇ ਵਿੱਚ ਮੋਤੀ ਪਰੋ ਕੇ ਉਹਦੇ ਨਾਲ ਸਿਮਰਨੇ ਨਾਲ ਜਪਣਾ ਆਰੰਭ ਕਰ ਦਿੱਤਾ। ਪਰ ਜਿੱਥੇ ਜਾ ਕੇ ਉਹ ਠੱਗਾਂ ਦੇ ਹੱਥ ਵਿੱਚ ਆ ਗਿਆ, ਗਲਤ ਅਨਸਰਾਂ ਦੇ ਹੱਥ ਵਿੱਚ ਆ ਗਿਆ, ਉੱਥੇ ਹਜ਼ੂਰ ਨੂੰ ਆਵਾਜ਼ ਮਾਰਨੀ ਪਈ। ਸਾਹਿਬ ਕਹਿਣ ਲੱਗੇ ਦੁਨੀਆ ਦੇ ਲੋਕੋ,
ਲੋਟੇ ਹੱਥ ਨਬੱਗ ਗਲੀ ਜਿਨ੍ਹਾਂ ਜਪ ਮਾਲੀਆਂ। ਕਹਿਣ ਲੱਗੇ ਜ਼ਰੂਰੀ ਨਹੀਂ ਓਏ ਹਰ ਕੇ ਸੰਤ ਨਾ ਆਖੀਆਂ ਬਾਨਾਰਸ ਕੇ ਠੱਗ। ਸਤਿਗੁਰੂ ਸੱਚੇ ਪਾਤਸ਼ਾਹ ਕਹਿੰਦੇ ਗੱਲ ਤੇ ਯਾਦ ਕਰਨ ਦੀ, ਅਰ ਜਿਹਦੇ ਨਾਲ ਬਹੁਤ ਪਿਆਰ ਹੋਵੇ। ਆਪਣੇ ਚੋਂ ਕਿਸੇ ਨੇ ਇੱਥੇ ਬੈਠੇ ਆ, ਕੋਈ ਆ ਕੇ ਯਾਦ ਕਰਾਏਗਾ ਵੀ ਘਰੇ ਪਤਨੀ ਉਡੀਕਦੀ ਨਹੀਂ, ਉਹ ਅੰਦਰ ਵਸੇ ਨੇ ਕਿਉਂਕਿ ਪਿਆਰ ਹੈ ਉਹਨਾਂ ਨਾਲ। ਪੁੱਤਰ ਬਾਰੇ ਕਿਸੇ ਨੂੰ ਕਹਿਣ ਦੀ ਲੋੜ ਨਹੀਂ। ਬੰਦਾ ਤੁਰਿਆ ਜਾਂਦਾ ਕੋਈ ਰੰਗ ਵੇਖ ਲਵੇ ਨਾ ਦਸਤਾਰ ਦਾ, ਮਨ ਵਿੱਚ ਆ ਜਾਂਦਾ ਮੇਰੇ ਪੁੱਤਰ ਨੂੰ ਕਿਵੇਂ ਦਾ ਲੱਗੇਗਾ, ਮੇਰਾ ਬੱਚਾ ਇਸ ਦਸਤਾਰ ਨਾਲ ਕਿੱਡਾ ਕੁ ਸੁਹੱਪਣ ਦਾ ਜਿਹੜਾ ਖੇੜਾ ਉਹਦੇ ਚਿਹਰੇ ਤੇ ਆਏਗਾ। ਕਿਉਂ? ਅੰਦਰੋਂ ਪਿਆਰ ਬਣਿਆ। ਸਾਹਿਬ ਕਹਿੰਦੇ ਜਿਨ੍ਹਾਂ ਦਾ ਪਿਆਰ ਬਣ ਗਿਆ ਨਾ ਉਹਨਾਂ ਨੂੰ ਵਿਛੜਦਾ ਨਹੀਂ। ਤੇ ਜੇ ਤੈਨੂੰ ਵਿਛੜਿਆ ਤੇ ਉਹਦਾ ਕਾਰਨ ਹੈ ਤੇਰਾ ਪਿਆਰ ਨਹੀਂ। ਕਦੀ ਵੇਖਿਓ ਤੁਸੀਂ ਪਰਿਵਾਰਾਂ ਵਾਲੇ ਹੋ, ਮੈਂ ਵੀ ਪਰਿਵਾਰਾਂ ਵਾਲਾ। ਅਖੰਡ ਪਾਠ ਸਾਹਿਬ ਦੀ ਬਾਣੀ 48 ਕੁ ਘੰਟੇ 'ਚ ਪੜ੍ਹੀ ਜਾਂਦੀ, ਆਰੰਭ ਹੋ ਗਿਆ। ਹੁਣ ਮੇਰੇ ਵਰਗਾ ਪਹਿਲੇ ਦਿਨ 2 ਕੁ ਘੰਟੇ ਬਹਿ ਜਾਂਦਾ ਹੈ ਨਾ, ਤੇ ਉਹਦੇ ਤੋਂ ਬਾਅਦ ਫਿਰ ਆਵਾਜ਼ ਮਾਰ ਕੇ ਕਹੇਗਾ ਮੈਂ ਕਦੋਂ ਦਾ ਬੈਠਾ, ਤੁਸੀਂ ਆ ਜਾਓ ਅੰਦਰ ਰਖਵਾਲੀ ਦੇ ਉੱਤੇ, ਧੂਫ ਆਦਿਕ ਦੀਆਂ ਸੇਵਾਵਾਂ ਦੇ ਉੱਤੇ। ਆਖਰ ਕੀ ਕਾਰਨ ਹੈ? ਜੇ ਪਿਆਰ ਹੁੰਦਾ, ਹੁਣ ਕੋਈ ਘਰ ਦੇ ਵਿੱਚ ਪਤਨੀ ਬੈਠੀ ਹੈ, ਘਰ ਦੇ ਵਿੱਚ ਬੇਟਾ ਬੈਠਾ ਹੈ, ਘਰ ਵਿੱਚ ਕੋਈ ਹੋਰ ਆ ਕੇ ਬਹਿ ਗਿਆ ਜਿਹਦੇ ਨਾਲ ਸਨੇਹ ਬਹੁਤ ਹੈ, ਬੰਦਾ ਕੋਲੋਂ ਨਹੀਂ ਉੱਠਦਾ 2-2 ਘੰਟੇ। ਚੱਲ ਕੋਈ ਨਹੀਂ ਅੱਜ ਲੇਟ ਵੀ ਸੌਂ ਜਾਾਂਗੇ, ਕੱਲ ਕਿਹੜਾ ਜੌਬ ਤੇ ਜਾਣਾ, ਇਹੀ ਆਵਾਜ਼ ਆਉਂਦੀ ਨਾ, ਬੈਠ ਜੀਦਾ। ਪਰ ਕੀ ਕਾਰਨ ਹੋ ਗਿਆ? ਗੁਰੂ ਨਾਲ। ਬਲਕਿ ਇਵਨ ਇੱਥੋਂ ਤੱਕ ਹੁਣ ਮੂੰਹ ਚੋਂ ਪਿਆਰ ਦੀਆਂ ਗੱਲਾਂ ਨੇ। ਅਸੀਂ ਤੇ ਫੋਨ ਕਰ ਕਰਕੇ ਫਲਾਣੀ ਜਗ੍ਹਾ ਤੇ ਭੇਟਾ ਕੀ ਹੈ ਅਖੰਡ ਪਾਠ ਸਾਹਿਬ ਦੀ, ਕਿੰਨੀਆਂ ਕੁ ਮਾਇਆ ਦੇ ਨਾਲ ਸਾਨੂੰ ਨਿਵਾਜਣਾ ਪਏਗਾ। ਸਤਿਗੁਰੂ ਸੱਚੇ ਪਾਤਸ਼ਾਹ ਅੱਜ ਬਚਨ ਕਰਦੇ ਨੇ, ਕਹਿੰਦੇ ਜਿਨ੍ਹਾਂ ਨੂੰ ਵਿਸਰ ਗਏ ਹੈ ਨਾ ਦਾਤਾ ਦੁਨੀਆ 'ਚ ਧਨਵਾਨ ਤੇ ਅਖਵਾ ਲੈਣਗੇ, ਬਲਵਾਨ ਤੇ ਅਖਵਾ ਲੈਣਗੇ, ਪਰ ਜੇ ਮੇਰੇ ਨਜ਼ਰੀਏ ਤੋਂ ਮੇਰੀ ਐਨਕ ਤੋਂ ਵੇਖੇਗਾ ਤੇ ਹਜ਼ੂਰ ਕਹਿੰਦੇ ਮੈਂ ਉਹਨਾਂ ਨੂੰ ਅਭਾਗਿਆਂ 'ਚ ਗਿਣਾਂਗਾ। ਜਿਸ ਕੋ ਬਿਸਰੈ ਪ੍ਰਾਨ ਪਤ ਦਾਤਾ, ਕੌਣ ਹੈ ਜੀ? ਸੋਈ ਗਣੋ ਅਭਾਗਾ। ਤੇ ਆਖਿਆ ਜੀ ਇਹ ਭਾਗਹੀਣ ਕਿਉਂ ਨੇ? ਸਾਹਿਬ ਕਹਿਣ ਲੱਗੇ ਕਿਉਂਕਿ ਭਾਗਹੀਣ ਜਿਹੜਾ ਨਾ ਉਹ ਗੁਰੂ ਕੋਲ ਬਹਿ ਹੀ ਨਹੀਂ ਸਕਦਾ, ਗੁਰੂ ਤੋਂ ਉਹਦਾ ਵਿਛੋੜਾ ਬਣ ਜਾਂਦਾ ਹੈ। ਚਰਨ ਕਮਲ ਜਾ ਕਾ ਮਨ ਰਾਗਿਓ, ਅਮੈ ਸਰੋਵਰ ਪਾਗਾ। ਕਹਿੰਦੇ ਜਿਨ੍ਹਾਂ ਦਾ ਗੁਰੂ ਦੇ ਚਰਨ ਕਮਲਾਂ ਨਾਲ, ਭਾਵ ਗੁਰੂ ਦੇ ਸ਼ਬਦ ਨਾਲ ਪਿਆਰ ਬਣ ਗਿਆ। ਚਰਨ ਕਮਲ ਜਾ ਕਾ ਮਨ ਰਾਗਿਓ, ਜਿਹੜਾ ਸ਼ਬਦ ਦਾ ਪ੍ਰੇਮੀ ਹੋ ਗਿਆ ਨਾ, ਸਾਹਿਬ ਸੱਚੇ ਪਾਤਸ਼ਾਹ ਕਹਿਣ ਲੱਗੇ ਹੇ ਭਾਈ ਉਹਨਾਂ ਨੇ ਅੰਮ੍ਰਿਤ ਰੂਪੀ ਸਰੋਵਰ ਦਾ ਆਨੰਦ ਮਾਣ ਲਿਆ। ਬੜਾ ਔਖਾ ਹੈ ਗੁਰੂ ਦੇ ਸ਼ਬਦ ਨਾਲ ਸਾਂਝ ਬਣਾ ਕੇ ਜੀਣਾ, ਕਿਉਂਕਿ ਜੋ ਗੁਰੂ ਦੇ ਸ਼ਬਦ ਨੇ, ਸ਼ਬਦ ਨੂੰ ਗੱਲਾਂ ਪੜ੍ਹਨ ਦੀ ਗੱਲ ਨਹੀਂ ਵੀ ਹੁਣ ਪੜ੍ਹਨ ਨੂੰ ਮੈਂ ਪੜ੍ਹ ਲਿਆ, ਤੁਸੀਂ ਪੜ੍ਹ ਲਿਆ। ਬੜੇ ਬੜੇ ਐਸੇ ਲੋਕ ਨੇ ਸਾਰੀ ਸਾਰੀ ਬਾਣੀ ਕੰਠ ਹੈ ਉਹਨਾਂ ਦੇ। ਹਜ਼ੂਰ ਕਹਿਣ ਲੱਗੇ ਜਿਨ੍ਹਾਂ ਦਾ ਸ਼ਬਦ ਨਾਲ ਸਨੇਹ ਬਣ ਗਿਆ, ਪਿਆਰ ਬਣ ਗਿਆ, ਇਹ ਸਮਝ ਲਿਓ ਉਹਨਾਂ ਨੂੰ ਅੰਮ੍ਰਿਤ ਸਰੋਵਰ ਦੀ ਪ੍ਰਾਪਤੀ ਹੋ ਗਈ, ਉਹਨਾਂ ਦੇ ਅੰਦਰ ਠੰਡਕ ਵਰਤ ਜਾਂਦੀ ਹੈ। ਤੇਰਾ ਜਨ RAM ਨਾਮ ਰੰਗ ਜਾਗਾ। ਹੇ ਸਤਿਗੁਰੂ, ਕੋਈ ਵਿਰਲਾ ਤੁਹਾਡਾ ਸੇਵਕ ਹੈ ਜਿਹਦੇ ਉੱਤੇ ਗੁਰੂ ਦੀ ਇਹ ਰਹਿਮਤ ਹੋ ਗਈ, ਗੁਰੂ ਦੇ ਰੰਗ ਵਿੱਚ ਰੰਗਿਆ ਗਿਆ ਤੇ ਅੰਦਰੋਂ ਜਾਗ ਗਿਆ। ਇਸ ਕਾਇਆ ਨਾਲ ਮੈਂ 2 ਸ਼ਬਦ ਬਾਣੀ ਚੋਂ ਕਵਾਂ। ਹਜ਼ੂਰ ਨੇ ਇੱਕ ਜਗ੍ਹਾ ਕਿਹਾ, ਕਹਿੰਦੇ ਜੋ ਤੂੰ ਲਈ ਫਿਰਦਾ ਹੈ ਨਾ ਤੈਨੂੰ ਯਤਨ ਤੇ ਕਰਨਾ ਪਏਗਾ। ਇੱਕ ਹੁੰਦੀ ਹੈ ਜੀ ਅਰਦਾਸ, ਇੱਕ ਹੁੰਦਾ ਹੈ ਪ੍ਰਯਾਸ। ਹੁਣ ਬੰਦਾ ਪ੍ਰਯਾਸ ਕਰੇ ਨਾ, ਸਤਿਗੁਰੂ ਕਹਿੰਦੇ ਦੋਵਾਂ ਦੀ ਸੁਮੇਲਤਾ ਬਣਾ, ਤੇਰੀ ਅਰਦਾਸ ਵੀ ਤੇ ਪੜ ਕੇ ਲੰਘਨੇ ਆ। ਕਾਮ ਕ੍ਰੋਧ ਨਗਰ ਬਹੁ ਭਰਿਆ, ਇਹ ਭਰਿਆ ਪਿਆ ਗੰਦਗੀ ਨਾਲ। ਅਰ ਇਹੀ ਨਹੀਂ, ਹਜ਼ੂਰ ਨੇ ਸ਼੍ਰੀ ਰਾਗ 'ਚ ਇੱਕ ਗੱਲ ਹੋਰ ਕੀਤੀ। ਸਾਹਿਬ ਕਹਿਣ ਲੱਗੇ ਕਿਤੇ ਆਮ ਪੱਕੀ ਜਗ੍ਹਾ ਤੇ ਪਾਣੀ ਡੁੱਲ ਜੇ ਤੇ ਆਪਾਂ ਕਹਿ ਦਈਦਾ ਵੀ ਗਿੱਲਾ, ਇਹ ਜਗ੍ਹਾ ਤੇ ਗਿੱਲਾ ਹੋਇਆ। ਪਰ ਜੇ ਕਿਧਰੇ ਕੱਚੀ ਜਗ੍ਹਾ ਤੇ ਪਾਣੀ ਡੁੱਲ ਜੇ ਨਾ, ਉਹਦੇ ਨਾਲ ਮਿੱਟੀ ਮਿਕਸ ਹੋ ਜਾਏ ਤੇ ਉਹਨੂੰ ਲਈ ਆਪਾਂ ਸ਼ਬਦ ਵਰਤੀਦਾ, ਕਹੀਦਾ ਵੀ ਇਹ ਚਿੱਕੜ ਹੋ ਗਿਆ। ਸਤਿਗੁਰੂ ਸੱਚੇ ਪਾਤਸ਼ਾਹ ਜੀ ਨੇ ਇੱਕ ਪਾਵਨ ਬਾਣੀ 'ਚ ਬਚਨ ਕਿਹਾ, ਕਹਿਣ ਲੱਗੇ ਦੁਨੀਆ ਦਿਓ ਲੋਕੋ, ਮੈਂ ਬਾਹਰੋਂ ਭਾਵੇਂ ਕੱਪੜਿਆਂ ਨਾਲ ਧਰਮਾਤਮਾ ਬਣ ਜਾਵਾਂ, ਪਰ ਹਕੀਕਤ ਇਹ ਹੈ ਐਬ ਤਨ ਚੀਕੜੋ। ਮੇਰਾ ਅੰਦਰ ਐਬਾਂ ਦੇ ਚਿੱਕੜ ਵਿੱਚ, ਚਿੱਕੜ ਨੂੰ ਕਿਹਾ ਹੀ ਤਾਂ ਚਿੱਕੜ ਹੈ ਕਿਉਂਕਿ ਜੇ ਉਹਦੇ ਵਿੱਚ ਚੀਜ਼ ਪਾਤੀ ਨਾ, ਉਂਗਲ ਪਾਤੀ, ਹੱਥ ਪਾਤਾ, ਪੈਰ ਪਾਤਾ, ਚਿੱਕੜ ਨੇ ਉਹਦੇ ਨਾਲ ਸਰੀਰ ਨਾਲ ਜੁੜ ਜਾਣਾ, ਮੈਲਾ ਕਰੇਗਾ ਸਰੀਰ ਨੂੰ। ਹਜ਼ੂਰ ਇਹ ਸਰੀਰ ਐਬ ਤਨ ਚੀਕੜੋ, ਇਹ ਇੰਨਾ ਕੁ ਭਿਆਨਕ ਚਿੱਕੜ ਹੈ, ਮੇਰੀ ਸਾਰੀ ਕਾਇਆ 'ਚ ਵਰਤਿਆ ਪਿਆ, ਥਾਂ ਪ੍ਰਤੀ ਥਾਂ ਵਰਤਿਆ ਪਿਆ।
ਇਹਨੇ ਮੈਨੂੰ ਮੈਲਾ ਕਰ ਦਿੱਤਾ ਹੈ। ਅਰ ਮੈਂ ਐਸਾ ਮੰਦ ਕਰਮੀਆਂ ਐਬ ਤਨ ਚੀਕੜੋ ਏ ਮਨ ਮੀਂਡਕੋ। ਕਹਿਣ ਲੱਗੇ ਕਮਲ ਕੀ ਸਾਰ ਨਹੀਂ ਮੂਲ ਪਾਈ। ਮੈਂ ਕਮਲ ਦੇ ਫੁੱਲ ਕੋਲ ਰਹਿ ਕੇ ਵੀ ਨਾ ਕੇਵਲ ਉਹਦਾ ਜਾਲਾ ਤੇ ਖਾ ਲਿਆ, ਪਰ ਕਮਲ ਦੇ ਫੁੱਲ ਦੀ ਸਾਰ ਨਹੀਂ ਜਾਣੀ। ਮੈਂ ਰਹਿੰਦਾ ਧੰਨ ਗੁਰੂ ਗ੍ਰੰਥ ਸਾਹਿਬ ਜੀ ਇਸੇ ਦੁਨੀਆ 'ਚ ਗੁਰਦੁਆਰਿਆਂ 'ਚ ਜਾਣਾ, ਧਾਰਮਿਕ ਅਸਥਾਨਾਂ ਤੇ ਜਾਣਾ, ਪਰ ਮੇਰਾ ਸੁਭਾਅ ਇਹ ਬਣ ਗਿਆ ਵੀ ਕੋਈ ਨਹੀਂ ਜਪਾਂਗੇ। ਜਪਣ ਦਾ ਸਮਾਂ ਅੱਜ ਥੋੜਾ, 17 ਦੇ ਨੇੜੇ 60 ਦੇ ਨੇੜੇ ਫਿਰ ਕੰਮ ਕੋਈ ਹੋਣਾ ਨਹੀਂ, ਉਦੋਂ ਫਿਰ ਆਰਾਮ ਨਾਲ ਬਹਿ ਕੇ ਮੈਂ ਜਪ ਲਵਾਂਗਾ। ਧੰਨ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ 'ਚ ਇੱਕ ਪ੍ਰਮਾਣ ਬੜਾ ਪਿਆਰਾ ਆਇਆ। ਮਾਤਾਵਾਂ ਬੈਠੀਆਂ, ਆਪ ਜੀ ਬੈਠੇ ਹੋ। ਪੁਰਾਣੇ ਸਮਿਆਂ 'ਚ ਨਾ, ਅੱਜ ਤੇ ਚਲੋ ਸਾਧਨ ਵੱਧ ਗਏ, ਚੱਕੀਆਂ ਚਲਾਉਣੀਆਂ ਜਿਹੜੀਆਂ ਨੇ ਹੱਥਾਂ ਨਾਲ ਪੈਂਦੀਆਂ ਸਨ, ਨਾਲੋਂ ਨਾਲ ਕੁਝ ਦਾਣੇ ਵਿੱਚ ਪਾਈ ਜਾਣੇ, ਚੱਕੀ ਚਲਾਈ ਜਾਣੀ। ਉਹ ਚੱਕੀ ਦੇ ਨਾਲ ਜਿਹੜੇ ਦਾਣੇ ਪੀਏ ਜਾਣੇ ਤੇ ਬਣ ਜਾਣਾ ਆਟਾ। ਉਹ ਕਈ ਵਾਰੀ ਨਾ ਨਾਲ ਜਦੋਂ ਬੰਦੇ ਨੇ ਦਾਣਾ ਪੀਣਾ, ਕਿਸੇ ਮਾਤਾ ਨੇ ਭੈਣ ਨੇ, ਉਹਨਾਂ ਨੇ ਕੁਝ ਦਾਣੇ ਮੂੰਹ 'ਚ ਵੀ ਪਾ ਲੈਣੇ, ਖਾ ਲੈਣੇ, ਤੇ ਉਹ ਜਿਹੜੇ ਖਾਧੇ ਹੋਏ ਸਨ ਕਹਿਣ ਲੱਗੇ ਉਹ ਪੇਟ 'ਚ ਚਲੇ ਗਏ। ਆਟਾ ਲਿਆ, ਤੁਰ ਪਏ। ਰਸਤੇ ਵਿੱਚ ਚਿੱਕੜ ਸੀ, ਮੀਂਹ ਪਿਆ ਹੋਇਆ ਸੀ, ਪੈਰ ਤਿਲਕਿਆ, ਸਾਰਾ ਆਟਾ ਜਿਹੜਾ ਡਿੱਗ ਪਿਆ। ਭਗਤ ਬਾਬਾ ਕਬੀਰ ਸਾਹਿਬ ਨੇ ਬਚਨ ਕਿਹਾ, ਉਹਨਾਂ ਨੇ ਕਿਹਾ, ਕਹਿਣ ਲੱਗੇ ਕਬੀਰ ਕੀਚੜ ਆਟਾ ਗਿਰ ਪਰਿਆ। ਕਹਿੰਦੇ ਚਿੱਕੜ ਦੇ ਵਿੱਚ ਆਟਾ ਡਿੱਗ ਪਿਆ। ਤੇ ਆਖਿਆ ਜੀ ਮੈਨੂੰ ਇਹਦੇ ਬਾਬਤ ਕਿਉਂ ਦੱਸ ਰਹੇ ਹੋ? ਕਹਿੰਦੇ ਮੈਂ ਤੈਨੂੰ ਦੱਸਣਾ ਚਾਹੁੰਦਾ, ਜਿਹੜਾ ਉਸ ਬੱਚੀ ਨੇ, ਉਸ ਧੀ ਨੇ ਚੱਕੀ ਚਲਾਉਂਦਿਆਂ ਚੰਦ ਦਾਣੇ ਮੂੰਹ 'ਚ ਪਾ ਲਏ, ਉਹ ਤਾਂ ਉਹਦੇ ਹੋ ਗਏ, ਉਹਦੇ ਪੇਟ ਨੂੰ ਆਹਾਰ ਮਿਲ ਗਿਆ। ਕਹਿਣ ਲੱਗੇ ਬਾਕੀ ਦਾ ਸਾਰਾ ਜਿਹੜਾ ਆਟਾ ਉਹ ਚਲਾ ਗਿਆ, ਸੋਈ ਨਿਭਿਆ। ਉਹ ਕਹਿਣ ਲੱਗੇ ਜਿੰਨਾ ਕੁ ਖਾ ਲਿਆ ਉਹ ਗਿਣਤੀ 'ਚ ਆਇਆ, ਬਾਕੀ ਬਾਹਰ ਚਲਾ ਗਿਆ, ਵੇਸਟ ਚਲਾ ਗਿਆ। ਹਜ਼ੂਰ ਕਹਿੰਦੇ ਤੂੰ ਇਹ ਗਾਣੇ ਗਾਉਣਾ ਨਾ, ਮੈਂ 17 ਤੇ ਜਾ ਕੇ ਜਪਾਂਗਾ, 60 ਤੇ ਫਿਰ ਹੋਰ ਕੋਈ ਟੈਨਸ਼ਨ ਨਹੀਂ ਹੋਣੀ। ਸਾਹਿਬ ਕਹਿੰਦੇ ਭਲਿਆ ਲੋਕਾਂ, ਆ ਦੁਨੀਆ 'ਚ ਵਿਚਰਦਿਆਂ ਜਦੋਂ ਮੂੰਹ 'ਚੋਂ ਉਹਦੇ ਨਾਮ ਨੂੰ ਕਹਿ ਲਿਆ, ਉਹਨੂੰ ਜਪ ਲਿਆ, ਉਹਨੂੰ ਧਿਆ ਲਿਆ, ਉਹ ਤੇ ਹੈ ਪ੍ਰਵਾਨ। ਪਤਾ ਨਹੀਂ ਕਦੋਂ ਇਹ ਜ਼ਿੰਦਗੀ ਦਾ ਆਟਾ ਡੁੱਲ ਜਾਣਾ ਹੈ, ਤੇਰੇ ਹੱਥ ਵਿੱਚ ਕੁਝ ਨਹੀਂ ਰਹਿਣਾ। ਸਤਿਗੁਰੂ ਕਹਿਣ ਲੱਗੇ ਉਹ ਵੱਡਿਆਂ ਭਾਗਾਂ ਵਾਲੇ ਨੇ ਜਿਨ੍ਹਾਂ ਦੇ ਉੱਤੇ ਗੁਰੂ ਦੇ ਇਹ ਸ਼ਬਦ ਦਾ ਰੰਗ ਚੜ ਗਿਆ। ਸਤਿਗੁਰੂ ਕਹਿਣ ਲੱਗੇ ਉਹਨਾਂ ਬਖਸ਼ਿਸ਼ ਵਾਲੀਆਂ ਰੂਹਾਂ ਦੇ ਨਾਲ ਜੁੜ ਕੇ ਆਪਣੇ ਆਪ ਨੂੰ ਵੀ ਗੁਰੂ ਕੀ ਬਾਣੀ ਦੇ ਨੇੜੇ ਲਿਆ ਕੇ ਰੰਗ ਚੜਾਵਣਾ ਕਰ। ਆਲਸ ਛੀਜ ਗਿਆ ਸਭ ਤਨ ਤੇ, ਪ੍ਰੀਤਮ ਸਿਉ ਮਨ ਲਾਗਾ। ਹੁਣ ਗੁਰੂ ਨਾਲ ਜੁੜਨ ਵਾਲੇ ਗਿਆਨੀ ਹੋਏ ਸੋ ਚੇਤਨ ਹੋਏ, ਕਿਉਂਕਿ ਇੱਕ ਗੱਲ ਤੇ ਹੈ ਨਾ, ਜਿਨੇ ਅੰਮ੍ਰਿਤ ਵੇਲਾ ਸੰਭਾਲਣਾ ਉਹਨੇ ਉੱਠਣਾ, ਇਸ਼ਨਾਨ ਸਾਧਨਾ, ਚੌਂਕੜਾ ਲਾਉਣਾ, ਨਿਤਨੇਮ ਦੀ ਬਾਣੀ ਦਾ ਪਾਠ ਕਰਨਾ ਹੈ। ਸਤਿਗੁਰੂ ਕਹਿਣ ਲੱਗੇ ਜਿਨ੍ਹਾਂ ਕੋਲ ਆਲਸ ਹੈ, ਆਲਸ ਮਨੁੱਖ ਨੂੰ ਕਦੀ ਵੀ ਉੱਠਣ ਨਹੀਂ ਦੇਗੀ। ਜੇ ਪ੍ਰਸਾਦ ਅਭੂਖਣ ਪਹਿਰੀਜੈ ਮਨ, ਤਿਸ ਸਿਮਰਤ ਕਿਉਂ ਆਲਸ ਕੀਜੈ। ਉਹਨੂੰ ਜਪਦਿਆਂ ਆਲਸ ਤੇਰੇ ਕੋਲ ਆਵੇ ਤੇ ਕਿਉਂ ਆਵੇ। ਹਜ਼ੂਰ ਕਹਿਣ ਲੱਗੇ ਉਹਨਾਂ ਲੋਕਾਂ ਦੇ ਜੀਵਨ ਚੋਂ ਆਲਸ ਜਿਹੜੀ ਹੈ ਉਹ ਬਾਹਰ ਚਲੀ ਗਈ, ਆਲਸ ਛੀਜ ਗਿਆ, ਛਿਜ ਗਿਆ, ਭਾਵ ਮੁੱਕ ਗਈ, ਖਤਮ ਹੋ ਗਈ, ਉਹ ਤੋਪੇ ਹੋ ਗਈ। ਕਹਿਣ ਲੱਗੇ ਉਹਨਾਂ ਦਾ ਮਨ ਗੁਰੂ ਦੇ ਸ਼ਬਦ ਨਾਲ ਜੁੜ ਜਾਂਦਾ ਹੈ। ਰਹਾਉ ਜਹ ਜਹ ਪੇਖੋ ਤਹ ਨਾਰਾਇਣ, ਸਗਲ ਘਟਾ ਮਹਿ ਤਾਗਾ। ਹਜ਼ੂਰ ਨੇ ਰਹਾਉ ਤੋਂ ਬਾਅਦ ਬਚਨ ਕਿਹਾ, ਕਹਿੰਦੇ ਮੈਂ ਜਿੱਧਰ ਵੀ ਵੇਖਦਾ ਨਾ, ਹੁਣ ਅੰਦਰ ਜਦੋਂ ਪਿਆਰ ਬਣ ਗਿਆ, ਵੇਖੋ ਪਿਆਰ ਨਹੀਂ ਗੁਰਦੁਆਰੇ 'ਚ ਵੀ ਨਜ਼ਰ ਨਹੀਂ ਆਉਂਦਾ। ਜੇ ਅੰਦਰ ਪਿਆਰ ਨਹੀਂ ਨਾ, ਬੜੀਆਂ ਘਟਨਾਵਾਂ ਪੇਪਰਾਂ 'ਚ ਤੁਸੀਂ ਨਿਤ ਦਿਹਾੜੇ ਪੜ੍ਹਦੇ ਹੋ, ਮੰਦਿਰ 'ਚ ਆਹ ਕੁਛ ਹੋ ਗਿਆ, ਮਸਜਿਦ 'ਚ ਆਹ ਹੋ ਗਿਆ, ਗੁਰਦੁਆਰੇ 'ਚ ਆਹ ਕੁਝ ਹੋ ਗਿਆ। ਸਰੂਪਾਂ ਦੀ ਬੇਅਦਬੀ ਕਰਨ ਵਾਲੇ ਨੂੰ ਜੇ ਨਜ਼ਰ ਆਉਂਦਾ ਹੁੰਦਾ ਤੇ ਉਹ ਇਹ ਕਾਰਜ ਕਰਦਾ। ਕਿਸੇ ਜਗ੍ਹਾ ਤੇ ਜਾ ਕੇ ਮੰਦ ਕਰਮ ਜਿਹੜੇ ਕਮਾਉਣੇ ਨੇ ਉਹਦੀ ਜ਼ਮੀਰ ਇਜਾਜ਼ਤ ਦਿੰਦੀ। ਇਹਦਾ ਮਤਲਬ ਹੈ ਉਹਦੇ ਲਈ ਕਿਤੇ ਵੀ ਨਹੀਂ ਹੈ। ਸਤਿਗੁਰੂ ਸੱਚੇ ਪਾਤਸ਼ਾਹ ਕਹਿਣ ਲੱਗੇ ਜਿਹੜਾ ਗੁਰੂ ਨਾਲ ਜੁੜ ਗਿਆ ਨਾ, ਉਹਨੂੰ ਫਿਰ ਜੈ ਪੇਖੋਂ ਤੈ ਨਾਰਾਇਣ, ਜਿੱਧਰ ਵੇਖਦਾ ਉਹ ਤੇ ਕਹਿੰਦਾ ਸਦ ਹਜੂਰ ਹਾਜ਼ਰ ਹੈ ਨਾਜ਼ਰ, ਕਤੈ ਨਾ ਭਇਓ ਦੁਰਾਈ। ਉਹਦੇ ਮੂੰਹ ਚੋਂ ਤੇ ਆਵਾਜ਼ ਆਵੇਗੀ, ਸੱਚੇ ਪਾਤਸ਼ਾਹ ਮੈਂ ਜਿੱਧਰ ਵੀ ਵੇਖਦਾ ਨਾ, ਜੋ ਦਿਸੈ ਸੋ ਤੇਰਾ ਰੂਪ, ਮੈਨੂੰ ਚੰਗਾ ਹੈ, ਮਾੜਾ ਹੈ, ਉੱਚਾ ਹੈ, ਨੀਵਾਂ, ਗਰੀਬ ਹੈ, ਉਹਦੇ ਸਭਨਾਂ ਚੋਂ ਤੁਹਾਡੇ ਦੀਦਾਰ ਹੁੰਦੇ ਨੇ, ਮੈਂ ਜਿੱਧਰ ਵੀ ਵੇਖਦਾ। ਪਰ ਇਹ ਅਵਸਥਾ ਉਹਨਾਂ ਦੀ ਜਿਹੜੇ ਅੰਦਰੋਂ ਜੁੜੇ ਨੇ। ਜਿਹੜਾ ਜੁੜਿਆ ਨਹੀਂ
ਉਹ ਤੇ ਆਪਦੇ ਪਰਿਵਾਰ ਨੂੰ ਵੀ ਆਪ ਮਾਰਨ ਤੇ ਤੁਲ ਜਾਂਦਾ ਹੈ। ਜਿਹੜਾ ਅੰਦਰੋਂ ਜੁੜਿਆ ਨਹੀਂ, ਆ ਤੁਸੀਂ ਪਤਾ ਨਹੀਂ ਸਾਡੀ ਸੱਭਿਅਤਾ ਵਿੱਚ ਜਾਂ ਸਾਡੇ ਖੂਨ ਵਿੱਚ, ਬਲੱਡ ਵਿੱਚ ਇਹੋ ਜਿਹਾ ਕੀ ਕੁਝ ਵਾਪਰਿਆ ਹੋਇਆ ਹੈ। ਆਪਦਿਆਂ ਨੂੰ ਹੀ ਮਨੁੱਖ ਕਿਸੇ ਨਾ ਕਿਸੇ ਤਰੀਕੇ ਦੇ ਨਾਲ ਕਿਸੇ ਤਾਂਤਰਿਕ ਦੀ ਭੇਟ ਚੜ੍ਹ ਕੇ ਜਾਂ ਕਿਸੇ ਹੋਰ ਪੱਖ ਦੇ ਉੱਤੋਂ ਉਹਨਾਂ ਦਾ ਖਾਤਮਾ ਕਰੀ ਜਾਂਦਾ। ਸਾਹਿਬ ਕਹਿੰਦੇ ਨਹੀਂ ਭਾਈ, ਆ ਜੇ ਸੰਸਾਰ ਸੁਹਾਵਣਾ ਬਣਾਉਣਾ ਹੈ ਨਾ, ਸਵਰਗ ਬਣਾਉਣਾ ਹੈ, ਤੇ ਉਹਦੇ ਲਈ ਕੀ ਕਰ, ਸਭਨਾ ਚੋਂ ਕਰਤੇ ਨੂੰ ਵੇਖ, ਜੈ ਜੈ ਪੇਖੋਂ ਤੈ ਨਰਾਇਣ। ਕਹਿੰਦੇ ਜਦੋਂ ਉਹ ਵੇਖੇਗਾ ਕਿਵੇਂ ਲੱਗੇਗਾ, ਸਗਲ ਘਟਾ ਮੈਂ ਤਾਗਾ। ਕਹਿੰਦੇ ਮੋਤੀ ਕਈ ਨੇ, ਉਹਨਾਂ 'ਚ ਧਾਗਾ ਇੱਕੋ ਹੀ ਹੁੰਦਾ ਨਾ, ਅੰਦਰ ਧਾਗਾ ਵੱਖੋ ਵੱਖ ਥੋੜ੍ਹਾ। ਕਹਿੰਦੇ ਬਿਲਕੁਲ ਇਸੇ ਤਰ੍ਹਾਂ ਇਹ ਸਾਰਿਆਂ 'ਚ ਉਹ ਕਰਤਾ ਪਰਮੇਸ਼ਵਰੀ ਨਿਰਗੁਣ ਅਤੇ ਸਰਗੁਣ ਰੂਪ ਵਿੱਚ ਵਰਤ ਰਿਹਾ ਹੈ। ਨਾਮ ਉਦਕ ਪੀਵਤ ਜਨ ਨਾਨਕ, ਤਿਆਗੇ ਸਭ ਅਨੁਰਾਗਾ। ਸਤਿਗੁਰੂ ਗੁਰੂ ਨਾਨਕ ਸਾਹਿਬ ਜੀ ਦੇ ਨਾਮ ਦੀ ਮੋਹਰ ਵਰਤ ਕੇ ਹਜ਼ੂਰ ਕਹਿੰਦੇ ਇਹ ਜਿਹੜਾ ਨਾਮ ਦਾ ਉਦਕ ਹੈ ਨਾ, ਹਰ ਕਾ ਨਾਮ ਅੰਮ੍ਰਿਤ ਜਲ ਨਿਰਮਲ, ਇਹ ਜਿਹੜਾ ਨਾਮ ਦਾ ਪਾਣੀ ਹੈ, ਕਹਿਣ ਲੱਗੇ ਜਿਨ੍ਹਾਂ ਨੇ ਇਹ ਪੀ ਲਿਆ ਉਹਨਾਂ ਦਾ ਜੀਵਨ ਆਨੰਦ ਵਾਲਾ, ਉਹਨਾਂ ਦਾ ਜੀਵਨ ਸਫਲ, ਉਹਨਾਂ ਦਾ ਜੀਵਨ ਸਾਰਥਕ ਬਣ ਜਾਂਦਾ ਹੈ। ਅਰਦਾਸ ਕਰੀਏ ਸਤਿਗੁਰੂ ਮਿਹਰ ਕਰੋ, ਮੈਂ ਅਭਾਗਿਆਂ 'ਚ ਨਾ ਆਵਾਂ। ਮੈਂ ਆਉਂਦਾ ਤੇ ਹਾਂ, ਫਿਜ਼ੀਕਲੀ ਸਰੀਰ ਕਰਕੇ ਮੈਂ ਸਾਰੀਆਂ ਕਿਰਿਆਵਾਂ ਨਿਭਾਈ ਜਾਣਾ ਧਰਮ ਦੇ ਨਾਮ ਤੇ, ਮੇਰੇ ਤੇ ਰਹਿਮ ਕਰ ਦਿਓ, ਮੇਰਾ ਅੰਦਰ ਭਿੱਜ ਜਾਏ। ਜਦੋਂ ਅੰਦਰੋਂ ਮੈਂ ਭਿੱਜ ਗਿਆ, ਜੁੜ ਗਿਆ, ਫਿਰ ਮੇਰੇ ਮਾਲਕ ਜੀ ਮੈਂ ਅਭਾਗਾ ਨਹੀਂ ਅਖਵਾਵਾਂਗਾ। ਤੁਹਾਡੇ ਚਰਨਾਂ ਤੇ ਆਇਆ ਤੇ ਮੈਂ ਇਹ ਸੁਣ ਕੇ ਆਇਆ ਸੱਚੇ ਪਾਤਸ਼ਾਹ ਜਿਹਦੇ ਸਿਰ ਤੇ ਤੁਸੀਂ ਹੱਥ ਰੱਖਦੇ ਹੋ ਉਹ ਅਭਾਗਿਆਂ 'ਚ ਨਹੀਂ ਆਉਂਦਾ। ਸਤਿਗੁਰੂ ਮਿਹਰ ਕਰਨ ਅਸੀਂ ਉਸ ਮਾਰਗ ਦੇ ਧਾਰਨੇ ਬਣੀਏ। ਆਓ ਚੱਲ ਰਹੀ ਲੜੀਵਾਰ ਵਿਚਾਰ ਦਾ ਆਨੰਦ ਮਾਣੀਏ ਜੀ। ਸੁਰ ਨਰ ਮਨ ਜਨ ਅੰਮ੍ਰਿਤ ਖੋਜਦੇ, ਸੋ ਅੰਮ੍ਰਿਤ ਗੁਰ ਤੇ ਪਾਇਆ। ਸਤਿਗੁਰਾਂ ਨੇ ਬੜੀ ਬਖਸ਼ਿਸ਼ ਕੀਤੀ ਹੈ। ਆਨੰਦ ਸਾਹਿਬ ਬਾਣੀ ਦੀ ਇਹ 13ਵੀਂ ਪੌੜੀ ਹੈ। ਅਰ ਖਿਆਲ ਕਰਿਓ ਕੁਦਰਤੀ ਸੁਭਾਗੇ ਦਿਨ ਵੀ ਜਿਹੜੇ ਨੇ ਉਹ ਵਿਸਾਖੀ ਪੁਰਬ ਦੇ ਚੱਲ ਰਹੇ ਨੇ, ਜਿੱਥੇ ਜਾ ਕੇ ਹਜ਼ੂਰ ਨੇ ਮਨੁੱਖ ਦੀ ਕਾਇਆ ਦੇ ਉੱਤੇ ਰਹਿਮਤਾਂ ਬਖਸ਼ਿਸ਼ਾਂ ਕੀਤੀਆਂ ਸਨ। ਮਨੁੱਖੀ ਸਮਾਂ ਜਦੋਂ ਤੋਂ ਆਰੰਭ ਹੋਇਆ, ਬੰਦੇ ਦੇ ਅੰਦਰ ਇਹ ਵਿਚਾਰ ਮਨ ਵਿੱਚ ਆ ਗਈ ਵੀ ਕਿਵੇਂ ਨਾ ਕਿਵੇਂ ਕਰਕੇ ਨਾ ਮੈਂ ਆਪਣੀ ਉਮਰ ਦਾ ਤਕਾਜ਼ਾ ਵਧਾ ਲਵਾਂ। ਔਰ ਬੜੇ ਐਸੇ ਯਤਨ, ਜਿਤਨਾ ਵੀ ਪਖੰਡਵਾਦ ਦਾ ਸਿਲਸਿਲਾ ਚੱਲਿਆ, ਇਹਨਾਂ ਯਤਨਾਂ ਤੋਂ ਹੀ ਚੱਲਿਆ। ਆਹ ਕੁਝ ਕਰ ਲਓ ਉਮਰ ਵੱਧ ਜੇਗੀ, ਆਹ ਕੁਝ ਕਰ ਲਓ ਉਮਰ ਵੱਧ ਜੇਗੀ। ਬੰਦਾ ਉਮਰ ਵਧਾਉਣ ਵਾਲੇ ਪਾਸੇ ਚੱਲ ਪਿਆ। ਗੱਲ ਚੱਲੀ ਸਤਿਗੁਰੂ ਦੇ ਦਰਬਾਰ 'ਚ, ਹਜ਼ੂਰ ਮੈਂ ਲੋਕਾਂ ਤੋਂ ਬੜਾ ਪ੍ਰਭਾਵਿਤ ਹਾਂ। ਕੋਈ ਦੱਸਦਾ ਐਡੀ ਉਮਰ ਵੱਧ ਗਈ, ਐਡੀ ਉਮਰ ਵੱਧ ਗਈ, ਮੇਰੇ ਤੇ ਰਹਿਮ ਕਰੋ ਸਤਿਗੁਰੂ। ਮੈਂ ਉਹ ਚੀਜ਼, ਉਹ ਪਾਣੀ, ਉਹ ਜਲ ਲੱਭਦਾ ਫਿਰਦਾ ਜਿਹਦੇ ਨਾਲ ਮੇਰੀ ਸਰੀਰਕ ਹਯਾਤੀ, ਮੇਰੀ ਉਮਰ ਜਿਹੜੀ ਹੈ, ਮੇਰੀ ਸਰੀਰ ਦੀ ਬੋਡੀ ਦੀ ਫਿਜ਼ੀਕਲੀ ਉਹ ਵੱਡੀ ਹੋ ਜਾਏ। ਸਾਹਿਬ ਕਹਿਣ ਲੱਗੇ ਆ ਮੈਂ ਤੈਨੂੰ ਇੱਕ ਗੱਲ ਦੱਸਾਂ। ਗੁਰੂ ਕਿਹਾ ਗੁਰਸਿੱਖਾ ਤੂੰ ਪਤਾ ਕੌਣ ਹੈ? ਕਿਹਾ ਜੀ ਕੌਣ? ਸਾਹਿਬ ਕਹਿਣ ਲੱਗੇ ਤੂੰ ਭਾਣੇ ਵਿੱਚ ਰਹਿਣ ਵਾਲਾ ਗੁਰਸਿੱਖ ਹੈ, ਤੂੰ ਹੁਕਮ ਰਜ਼ਾਈ ਚੱਲਣਾ ਰੋਜ਼ ਪੜ੍ਹਦਾ ਹੈ, ਤੇ ਜਿਹੜਾ ਇਹ ਪੜ੍ਹਦਾ ਹੋਵੇ ਨਾ ਉਹ ਰੱਬ ਦਾ ਸ਼ਰੀਕ ਬਣ ਕੇ ਨਹੀਂ ਤੁਰੇਗਾ। ਮਾਲਕ ਮੈਂ ਸੰਸਾਰ ਤੋਂ ਸੁਣ ਕੇ ਆਇਆ। ਸਾਹਿਬ ਕਹਿੰਦੇ ਇਹ ਤੇ ਮੈਂ ਤੈਨੂੰ ਦੱਸਣਾ ਚਾਹੁੰਦਾ ਵੀ ਜੋ ਉਪਜਿਓ ਸੋ ਬਿਨਸ ਹੈ। ਜਿਹੜਾ ਵੀ ਦੁਨੀਆ ਤੇ ਆਇਆ ਨਾ ਫਿਜ਼ੀਕਲੀ ਤੌਰ ਤੇ ਜਿਨ੍ਹਾਂ ਪੰਜਾਂ ਪਿਆਰਿਆਂ ਨੇ ਅੰਮ੍ਰਿਤ ਦੀ ਪਾਹੁਲ ਲਈ, ਖੰਡੇ ਦੀ ਪਾਹੁਲ ਲਈ, ਉਹ ਵੀ ਸਰੀਰ ਕਰਕੇ, ਕਿਉਂਕਿ ਜੋ ਉਪਜਿਓ ਸੋ ਬਿਨਸ ਹੈ, ਜਾਣਾ ਹੀ ਹੈ। ਸਤਿਗੁਰੂ ਸੱਚੇ ਪਾਤਸ਼ਾਹ ਕਹਿੰਦੇ ਹਾਂ ਇੱਕ ਕੰਮ ਹੈ। ਕਿਹਾ ਜੀ ਦੱਸੋ? ਸਾਹਿਬ ਕਹਿੰਦੇ ਇੱਕ ਹੈ ਸਰੀਰ ਦਾ ਜਾਣਾ, ਇੱਕ ਹੈ ਜ਼ਮੀਰ ਦਾ ਜਾਣਾ। ਜਿਨ੍ਹਾਂ ਦੀਆਂ ਜ਼ਮੀਰਾਂ ਵੱਡੀਆਂ ਹੋ ਗਈਆਂ ਨਾ, ਉੱਚੀਆਂ ਹੋ ਗਈਆਂ, ਉਹ ਭਾਵੇਂ ਕਿੰਨੇ ਮਰਜ਼ੀ ਯੁੱਗ ਬੀਤ ਜਾਣ ਉਹ ਸੰਸਾਰ ਤੋਂ ਜਾਂਦੇ ਨਹੀਂ। ਬਾਬਾ ਬੁੱਢਾ ਜੀ ਦੀ ਯਾਦ ਅੱਜ ਤੱਕ ਹਿਰਦਿਆਂ 'ਚ ਤਾਜ਼ਾ ਹੈ। ਭਾਈ ਲਛਮਣ ਸਿੰਘ ਧਾਰੋਵਾਲੀਏ ਉਹਨਾਂ ਦੀ ਯਾਦ ਤਾਜ਼ਾ ਹੈ। ਭਾਈ ਗੁਰਦਾਸ ਜੀ, ਭਾਈ ਮਰਦਾਨਾ ਜੀ, ਜਿੰਨੇ ਵੀ ਰੱਬੀ ਪਿਆਰੇ ਨੇ, ਸਰੀਰ ਕਰਕੇ ਭਾਵੇਂ ਸਾਡੇ 'ਚੋਂ ਪੰਧ ਮੁਕਾ ਗਏ, ਪਰ ਉੱਦਾਂ ਉਹਨਾਂ ਦੀਆਂ ਯਾਦਾਂ ਤਾਜ਼ੀਆਂ ਨੇ, ਕਿਉਂਕਿ ਉਹਨਾਂ ਨੇ ਜਿਉਣਾ ਆਪਣੇ ਆਪ ਨੂੰ ਜ਼ਮੀਰ ਦੇ ਤਲ ਤੇ ਕਰ ਲਿਆ। ਅੱਜ ਮੇਰੇ ਮਾਲਕ ਨੇ ਰਹਿਮ ਕੀਤਾ। ਸਤਿਗੁਰੂ ਕਹਿੰਦੇ ਸੁਰ, ਸੁਰ ਕਹਿੰਦੇ ਨੇ ਦੇਵਤਿਆਂ ਨੂੰ, ਨਰ, ਨਰ ਕਹਿੰਦੇ ਨੇ ਮਨੁੱਖਾਂ ਨੂੰ, ਮੁਨ ਜਨ। ਭਾਈ ਸਾਹਿਬ ਭਾਈ ਕਾਹਨ ਸਿੰਘ ਜੀ ਨਾਭਾ ਹੋਣਾ ਨੇ ਨਾ ਮੁਨੀ ਸ਼ਬਦ ਦੇ 5 ਅਰਥ ਕੀਤੇ ਨੇ ਮਾਨਕੋਸ਼ ਵਿੱਚ, ਪਰ ਸ਼ਬਦ ਤੋਂ ਨਜ਼ਦੀਕਲਾ ਅਰਥ ਹੈ ਮੁਨੀ ਜਨ, ਭਗਤ ਜਨ ਜਿਹੜੇ ਨੇ। ਸੁਰ ਨਰ ਮੁਨ ਜਨ ਕਰਦੇ ਕੀ ਨੇ? ਅੰਮ੍ਰਿਤ ਖੋਜਦੇ, ਸੋ ਅੰਮ੍ਰਿਤ ਗੁਰ ਤੇ ਪਾਇਆ।
ਦੋ ਚੀਜ਼ਾਂ ਦਾ ਭੁਲੇਖਾ ਕੱਢਤਾ ਮੇਰੇ ਮਾਲਕ ਨੇ। ਇੱਕ ਤੇ ਬਾਹਰੋਂ ਅੰਮ੍ਰਿਤ ਲੱਭੀ ਨਾ, ਕਿਉਂਕਿ ਅੰਮ੍ਰਿਤ ਕਿੱਥੇ ਹੈ? ਕਹਿਣ ਲੱਗੇ ਅੰਮ੍ਰਿਤ ਪੀਆ ਸਤਿਗੁਰ ਦੀਆ, ਇਹ ਗੁਰੂ ਕੋਲ ਹੀ ਹੈ। ਤੇ ਆਖਿਆ ਜੀ ਇਹ ਅੰਮ੍ਰਿਤ ਦੀਆਂ ਦਾਤਾਂ ਗੁਰੂ ਕੋਲੋਂ ਮਿਲਣਗੀਆਂ। ਮੈਂ ਬੜੀ ਜਗ੍ਹਾ ਤੇ ਭਟਕ ਕੇ ਆਇਆ। ਭੱਟਾਂ ਨੇ ਕਿੱਡਾ ਪਿਆਰਾ ਬਚਨ ਕਿਹਾ, ਕਹਿੰਦੇ ਦੁਨੀਆ ਨੇ ਕਿਹਾ ਫਲਾਣੇ ਕੋਲ ਜਾ, ਉੱਥੇ ਜਾ। ਮੈਂ ਚਲਾ ਗਿਆ ਰਿਓ ਸੰਤ ਹੋ ਟੋਲ, ਸਾਧ ਬਹੁ ਤੇਰੇ ਡਿੱਠੇ ਸੰਨਿਆਸੀ ਤਪਸੀਏ ਮੁਖੋਂ ਇਹ ਪੰਡਤ ਮਿੱਠੇ, ਬਰਸ ਏਕ ਹੋਂ ਫਿਰਿਓ ਕਿਨੇ ਨਾ ਪਰਚੋ ਲਾਇਓ, ਕਹਿਤਿਆਂ ਕਹਿਤੀ ਸੁਣੀ ਰਹਿਤ ਕੋ ਖੁਸ਼ੀ ਨਾ ਆਇਓ। ਕਹਿੰਦੇ ਕਿਸੇ ਦੇ ਜੀਵਨ ਵਿੱਚ ਗੱਲ ਤੇ ਕੋਈ ਹੈ ਨਹੀਂ, ਲੋਕਾਂ ਨੂੰ ਪਿੱਛੇ ਲਾਈ ਫਿਰਨਗੇ। ਹਜ਼ੂਰ ਕਹਿੰਦੇ ਸੁਰ ਨਰ ਮੁਨ ਜਨ ਅੰਮ੍ਰਿਤ ਖੋਜਦੇ, ਲੱਭਦੇ ਨੇ ਭਾਲਦੇ ਨੇ। ਪਤਾ ਨਹੀਂ ਸ਼ਾਇਦ ਸਾਨੂੰ ਲੱਭਣਾ ਨਹੀਂ ਨਾ ਪਿਆ, ਅਸੀਂ ਬੇਗੌਰੀ ਬਹੁਤ ਕਰ ਦਿੱਤੀ। ਦੁੱਖ ਖਿਮਾ ਕਰਿਓ, ਬੁਰਾ ਨਾ ਮਨਾਇਓ, ਕਿਉਂਕਿ ਮਨੁੱਖ ਜਿਹੜੇ ਪਾਸੇ ਰਾਹ ਤੇ ਚੱਲਦਾ ਹੈ ਉਹਦੇ ਲਈ ਉਹਦੇ ਕੋਲ ਤਰਕ ਬੜੇ ਹੁੰਦੇ ਨੇ। ਤੁਸੀਂ ਕਿਸੇ ਚੀਜ਼ ਨੂੰ ਨੈਗੇਟਿਵ ਸਿੱਧ ਕਰਨਾ, ਇੱਕ ਬੰਦਾ ਹੀ ਉਸੇ ਚੀਜ਼ ਦੇ ਬਾਰੇ ਨੈਗੇਟਿਵ ਸੋਚ ਕੇ ਨੈਗੇਟਿਵ ਪ੍ਰਮਾਣ ਤੇ ਪ੍ਰਮਾਣ ਦੇਗਾ, ਉਹਦੇ ਬਾਰੇ ਹੀ ਪੋਜ਼ਿਟਿਵ ਸੋਚ ਕੇ ਪੋਜ਼ਿਟਿਵ ਤੇ ਪ੍ਰਮਾਣ ਦੇਗਾ। ਮੇਰੇ ਸਤਿਗੁਰੂ ਨੇ ਅੱਜ ਜ਼ਿਕਰ ਕੀਤਾ, ਕਹਿੰਦੇ ਦੁਨੀਆ ਭਾਲਦੀ ਫਿਰਦੀ ਮਿੱਤਰਾ, ਪਰ ਆ ਮੈਂ ਤੈਨੂੰ ਦੱਸਾਂ ਇਹ ਅੰਮ੍ਰਿਤ ਗੁਰੂ ਕੋਲ ਹੈ। ਸੋ ਅੰਮ੍ਰਿਤ ਗੁਰ ਤੇ ਪਾਇਆ, ਜੇ ਅੰਮ੍ਰਿਤ ਦੀ ਦਾਤ ਲੈਣੀ ਤੇ ਗੁਰੂ ਕੋਲ ਆਵਣਾ ਕਰ। ਪਾਇਆ ਅੰਮ੍ਰਿਤ ਗੁਰ ਕਿਰਪਾ ਕੀਨੀ, ਸੱਚਾ ਮਨ ਵਸਾਇਆ। ਕਹਿੰਦੇ ਅੰਮ੍ਰਿਤ ਦੀ ਦਾਤ ਮਿਲਣੀ ਉਦੋਂ ਜਦੋਂ ਗੁਰੂ ਨੇ ਕਿਰਪਾ ਕਰ ਦਿੱਤੀ, ਉਹਦੇ ਤੋਂ ਬਿਨਾ ਨਹੀਂ। ਤੇ ਆਖਿਆ ਜੀ ਗੁਰੂ ਦੀ ਕਿਰਪਾ ਕਿਵੇਂ ਹੋਏਗੀ? ਕਹਿੰਦੇ ਇਸ ਹਿਰਦੇ 'ਚ ਸੱਚੇ ਨੂੰ ਜਗ੍ਹਾ ਦੇ, ਸੱਚਾ ਮਨ ਵਸਾਇਆ। ਹਜੇ ਇਹਦੇ ਅੰਦਰ ਝੂਠ ਨੂੰ ਜਗ੍ਹਾ ਦਿੱਤੀ ਹੋਈ ਹੈ, ਕਪਟ ਨੂੰ ਜਗ੍ਹਾ ਦਿੱਤੀ, ਫਰੇਬ ਨੂੰ ਦਿੱਤੀ, ਛਲ ਨੂੰ ਦਿੱਤੀ। ਜਿੱਦਨ ਸੱਚਾ ਅੰਦਰ ਵਸ ਗਿਆ, ਖਿਮਾ ਕਰਿਓ ਹੈ ਕੜਵਾ, ਬੁਰਾ ਲੱਗੇਗਾ ਜ਼ਰੂਰ, ਪਰ ਸਚਾਈ ਵੀ ਇਹ ਹੈ। ਮੈਂ ਕਈ ਵਾਰੀ ਧਾਰਮਿਕ ਲੋਕਾਂ ਨੂੰ ਵੇਖਣਾ, ਜਿਨ੍ਹਾਂ ਨੇ ਜਿੰਨਾ ਆਪਣੇ ਆਪ ਨੂੰ ਧਰਮ ਦੇ ਲਿਬਾਸ ਵਿੱਚ ਜ਼ਿਆਦਾ ਰੰਗਿਆ, ਉਹਨਾਂ ਦੇ ਪਿਛੋਕੜ ਵਿੱਚ ਓਨਾ ਹੀ ਕਪਟ, ਛਲ, ਫਰੇਬ, ਧੋਖਾ, ਈਵਨ ਆਪਣਿਆਂ ਨੂੰ ਵੀ ਉਹ ਲੋਕ ਮਾਫ ਨਹੀਂ ਕਰਦੇ। ਉਹ ਜੀਵਨ ਦਾ ਹਿੱਸਾ ਬਣ ਚੁੱਕਾ ਹੈ। ਸਤਿਗੁਰੂ ਕਹਿਣ ਲੱਗੇ ਉਹ ਭਾਈ ਅੰਦਰ ਸੱਚੇ ਨੂੰ ਜਗ੍ਹਾ ਦੇ। ਜਦੋਂ ਅੰਦਰ ਸੱਚ ਆ ਗਿਆ, ਫਿਰ ਕਹਿਣ ਲੱਗੇ ਮੁਖ ਚੋਂ ਵੀ ਸੱਚ ਨਿਕਲੇਗਾ, ਜੀਵਨ ਦੇ ਕਰਮਾਂ ਚੋਂ ਸੱਚ ਨਿਕਲੇਗਾ, ਫਿਰ ਤੈਨੂੰ ਗੁਰੂ ਦੀ ਇਸ ਬਖਸ਼ਿਸ਼ ਦੀ ਪ੍ਰਾਪਤੀ ਹੋਵੇਗੀ। ਜੀਅ ਜੰਤ ਸਭ ਤੁਧੇ ਉਪਾਏ, ਇੱਕ ਵੇਖ ਪਰਸਣ ਆਇਆ। ਸਾਹਿਬ ਕਹਿੰਦੇ ਜਿਤਨੇ ਵੀ ਕਾਇਨਾਤ ਵਿੱਚ ਜੀਵ ਜੰਤ ਨੇ ਨਾ, ਹੇ ਮਾਲਕ ਇਹ ਸਾਰੇ ਤੁਹਾਡੇ ਬਣਾਏ ਹੋਏ ਨੇ। ਤੇ ਇੱਕ ਦੇ ਅਰਥ ਨੇ ਕਈ ਉਹ ਨੇ ਜਿਨ੍ਹਾਂ ਨੇ ਤੁਹਾਨੂੰ ਵੇਖਿਆ, ਤੁਹਾਨੂੰ ਪਰਸਿਆ, ਤੁਹਾਡੀ ਵਿਚਾਰਧਾਰਾ ਦੇ ਧਾਰਨੀ ਬਣ ਗਏ। ਪਰ ਕਈ ਐਸੇ ਵੀ ਨੇ ਜਿਨ੍ਹਾਂ ਦਾ ਸੁਭਾਅ ਇਹ ਬਣ ਗਿਆ, ਹਮ ਅਵਗੁਣ ਭਰੇ ਏਕ ਗੁਣ ਨਾਹੀ। ਤੇ ਕਰਦੇ ਕੀ ਨੇ ਉਹ? ਕੀ ਅੰਮ੍ਰਿਤ ਛਾੜ ਬਿਖੈ ਬਿਖ ਖਾਈ। ਉਹਨਾਂ ਦੇ ਜੀਵਨ ਦਾ ਆਧਾਰ ਜਿਹੜਾ ਉਹ ਜ਼ਹਿਰ ਬਣ ਗਈ। ਉਹਨਾਂ ਨੂੰ ਤੇ ਆਵਾਜ਼ ਮਾੜੀ, ਰੇ ਮੂੜੇ ਤੂੰ ਸਿਮਰਤ ਅਬ ਨਾ ਹੀ। ਕਹਿਣ ਲੱਗੇ ਤੇ ਇਹ ਮੂਰਖ ਇਨਸਾਨ, ਤੇਰੇ ਜੀਵਨ ਵਿੱਚ ਉਹਦੀਆਂ ਬਖਸ਼ਿਸ਼ਾਂ, ਉਹਦੀਆਂ ਬੰਦਗੀਆਂ ਨੂੰ ਗਾਉਣ ਦਾ ਸਮਾਂ ਨਹੀਂ ਬਣਦਾ। ਸਤਿਗੁਰੂ ਕਹਿਣ ਲੱਗੇ ਵੱਡਿਆਂ ਭਾਗਾਂ ਵਾਲੇ ਹਨ ਜਿਨ੍ਹਾਂ ਨੇ ਉਸ ਦਾਤ ਨੂੰ ਸੰਭਾਲ ਲਿਆ, ਜਿਹੜੇ ਜੀਵ ਜੰਤ ਤੁਹਾਨੂੰ ਪਰਸਣ ਲਈ ਆ ਗਏ ਹਨ। ਲੱਭ ਲੋਭ ਅਹੰਕਾਰ ਚੂਕਾ, ਸਤਿਗੁਰੂ ਭਲਾ ਪਾਇਆ। ਲੱਭ ਦਾ ਅਰਥ ਹੈ ਚਸਕਾ, ਲੋਭ ਦਾ ਅਰਥ ਹੈ ਲਾਲਚ। ਕਹਿਣ ਲੱਗੇ ਉਹਨਾਂ ਜੀਵਾਂ ਦੇ ਵਿੱਚੋਂ ਚਸਕੇ ਮੁੱਕ ਗਏ, ਵਾਸ਼ਨਾਵਾਂ ਖਤਮ ਹੋ ਗਈਆਂ, ਉਹਨਾਂ ਦੇ ਜੀਵਨ ਚੋਂ ਲਾਲਚ ਮੁੱਕ ਗਿਆ। ਤੇ ਸਭ ਤੋਂ ਵੱਡੀ ਬਿਮਾਰੀ ਜਿਹੜੀ ਮਨੁੱਖ ਨੂੰ ਮੌਜੂਦਾ ਸਮੇਂ 'ਚ ਲੱਗੀ ਉਹ ਹੈ ਈਗੋ ਦੀ, ਹੰਕਾਰ ਦੀ, ਹਉਮੈ ਦੀ। ਹਰੇਕ ਜਗ੍ਹਾ, ਈਵਨ ਇੱਥੋਂ ਤੱਕ ਗੁਰਦੁਆਰੇ ਵਿੱਚ ਜਾ ਕੇ ਹੰਕਾਰ ਨਹੀਂ। ਮੇਰੇ ਵਰਗਾ ਵੇਖਦਾ ਮੈਂ ਕੱਪੜੇ ਕਿਹੜੇ ਪਾ ਕੇ ਆਇਆ, ਮੇਰੇ ਬਰਾਬਰ ਦਾ ਕੋਈ ਹੋਰ ਹੈਗਾ, ਇਹ ਵੀ ਹੰਕਾਰ ਹੈ, ਸੂਖਸ਼ਮ ਹਉਮੈ। ਮੈਂ ਰੋਜ਼ ਨਿਤਨੇਮ ਕਰਨ ਵਾਲਾ ਸੂਖਸ਼ਮ ਹਉਮੈ। ਜ਼ਰੂਰੀ ਨਹੀਂ ਹਉਮੈ ਬਾਹਰੀ ਤਲ ਤੇ ਆਵੇਗੀ, ਧਾਰਮਿਕ ਖੇਤਰ ਵਿੱਚ ਵੀ ਬੜੀ ਛੇਤੀ। ਕਹਿਣ ਲੱਗੇ ਲੱਭ ਲੋਭ ਅਹੰਕਾਰ ਚੂਕਾ। ਤੇ ਅਗਲੀ ਗੱਲ ਬੜੀ ਪਿਆਰੀ ਕਹੀ, ਸਤਿਗੁਰੂ ਭਲਾ ਪਾਇਆ। ਉਹਨਾਂ ਨੂੰ ਜਿਹੜਾ ਗੁਰੂ ਹੈ ਨਾ ਚੰਗਾ ਲੱਗਣ ਲੱਗ ਪਿਆ। ਗੁਰੂ ਚੰਗਾ ਲੱਗਦਾ ਨਹੀਂ, ਗੁਰੂ ਕੋਲ ਆ ਜਾਣਾ, ਬਹਿ ਜਾਣਾ, ਇਹਦਾ ਅਰਥ ਇਹ ਨਹੀਂ। ਛੋਟੀ ਜੀ ਇੱਕ ਉਦਾਹਰਨ ਰੂਪ ਵਿੱਚ ਵਿਚਾਰ ਆਪ ਜੀ ਨਾਲ ਸਾਂਝੀ ਕਰ ਲਵਾਂ। ਭਾਈ ਕਾਹਨ ਸਿੰਘ ਨਾਭਾ ਦੇ ਨਾ ਪਿਤਾ ਜੀ ਭਾਈ ਨਰਾਇਣ ਸਿੰਘ, ਬੜੀ ਬਖਸ਼ਿਸ਼ ਸੀ ਇਹਨਾਂ ਤੇ। ਈਵਨ ਇੱਕ ਓੰਕਾਰ ਤੋਂ ਆਰੰਭ ਹੋ ਕੇ 18, 10, 20 ਤੱਕਰ ਕਹਿੰਦੇ ਇੰਨਾ ਜੀਵਨ ਸਾਧਿਆ ਸੀ ਨਾ, ਸਾਰੀ ਬਾਣੀ ਕੰਠ ਸੀ। ਸਰੀਰ ਨੂੰ ਸਾਧ ਕੇ ਚੌਂਕੜਾ ਲਾਉਣਾ
ਤੇ ਪੂਰੀ ਬਾਣੀ ਦਾ ਪਾਠ ਕਰਕੇ ਇਹਨਾਂ ਨੇ ਤਾਂ ਉੱਠਣਾ। ਰਹਿਮਤ ਤੋਂ ਬਿਨਾ ਇਹ ਕਾਰਜ ਨਹੀਂ। ਇੱਕ ਸ਼ਬਦ ਵੀ ਕਈ ਵਾਰੀ ਨਾ ਦਿਮਾਗ ਉਚਾਟ ਹੋਵੇ ਨਾ, ਨਹੀਂ ਬੋਲਿਆ ਜਾਂਦਾ, ਨਹੀਂ ਉਚਾਰਨ ਹੁੰਦਾ। ਪੂਰੀ ਬਾਣੀ ਗੁਰੂ ਦੀ ਇਸ ਬਖਸ਼ਿਸ਼ ਦੇ ਬਾਬਤ ਪਤਾ ਲੱਗਾ ਪਟਿਆਲਾ ਪਤੀ ਰਾਜਾ ਸਰਦਾਰ ਹੀਰਾ ਸਿੰਘ ਹੁਣਾਂ ਨੂੰ। ਉਹਨਾਂ ਨੇ ਕਿਹਾ, ਕਹਿਣ ਲੱਗੇ ਵੀ ਬੜੀਆਂ ਰਹਿਮਤਾਂ ਨੇ, ਕਿਉਂਕਿ ਭਾਈ ਕਾਹਨ ਸਿੰਘ ਨਾਭਾ ਨਾਲ ਉਹਨਾਂ ਦੀ ਨੇੜਤਾ ਸੀ। ਉਹਨਾਂ ਨੇ ਇੱਕ ਦਿਨ ਭਾਈ ਨਰੈਣ ਸਿੰਘ ਜੀ ਉਹਨਾਂ ਨੂੰ ਬੁਲਾ ਕੇ ਗੱਲ ਕੀਤੀ। ਕਹਿੰਦੇ ਵੀ ਤੁਹਾਡੀ ਉਪਮਾ ਬਹੁਤ ਸੁਣੀ। ਉਹ ਕਹਿਣ ਲੱਗੇ ਕਿਹੜੀ ਗੱਲੋਂ? ਅੱਗੋਂ ਆਵਾਜ਼ ਦਿੱਤੀ, ਕਹਿੰਦੇ ਵੀ ਤੁਸੀਂ ਇੰਨੇ ਕੁ ਗੁਰੂ ਰਹਿਮਤ ਦੇ ਪਾਤਰ ਹੋ, ਇੱਕ ਓੰਕਾਰ ਤੇ ਚੌਂਕੜਾ ਲੱਗ ਕੇ ਸੰਪੂਰਨ ਸਮਾਪਤੀ ਤੇ ਚੌਂਕੜਾ ਖੋਲਦੇ ਹੋ, ਨਾ ਸਰੀਰਕ ਕਿਰਿਆ ਲਈ ਜਾਂਦੇ ਹੋ। ਬੜੀਆਂ ਰਹਿਮਤਾਂ ਨੇ, ਵੀ ਮੈਂ ਚਾਹੁੰਦਾ ਤੁਸੀਂ ਬਾਣੀ ਸੁਣਾਓ, ਮੈਂ ਸੁਣਾ। ਭਾਈ ਨਰੈਣ ਸਿੰਘ ਉਹਨਾਂ ਨੂੰ ਚੰਗਾ ਬੜਾ ਲੱਗਾ। ਕੋਈ ਕਰ ਗੱਲ ਸੁਣਾਵੇ ਹਰਨਾਮ ਕੀ, ਉਹ ਫਿਰ ਮਿੱਠਾ ਲੱਗਦਾ ਹੈ ਨਾ, ਵੀ ਮੈਨੂੰ ਚੰਗਾ ਲੱਗਿਆ, ਤੁਸੀਂ ਬਾਣੀ ਸੁਣਨ ਵਾਲੇ ਹੋ, ਮੈਨੂੰ ਸੁਣਾਉਣ ਦਾ ਆਨੰਦ ਆਵੇਗਾ। ਹਾਂ, ਕਈ ਉਹ ਨੇ ਜੋ ਬਿਨ ਪ੍ਰਤੀਤੀ ਕੂੜੀ ਕੂੜੀ ਅੱਖੀਂ ਮੀਚਦੇ, ਉਹ ਚੀਜ਼ ਨਾ ਹੋਏ। ਮੇਰੇ ਵਰਗੇ ਨੂੰ 10 ਸ਼ਬਦ ਯਾਦ ਨੇ, ਅੱਖਾਂ ਮੀਚਣੀਆਂ, ਉਹਦਾ ਇਹ ਵੀ ਤੁਹਾਡੇ ਤੇ ਪ੍ਰਭਾਵ ਬਣ ਜਾਏ, ਬਾਣੀ ਬੜੀ ਯਾਦ ਹੈ, ਉਹਦਾ ਮਤਲਬ ਕੇਵਲ ਇੰਨਾ ਹੈ। ਪਰ ਭਾਈ ਨਰੈਣ ਸਿੰਘ ਨੇ ਕਿਹਾ, ਕਹਿੰਦੇ ਮੈਨੂੰ ਚੰਗਾ ਲੱਗਾ ਵੀ ਅੱਜ ਵੀ ਉਪਾਸਕ ਹੈਗੇ ਨੇ। ਕਹਿੰਦੇ ਠੀਕ ਹੈ, ਤੁਸੀਂ ਦਿਨ ਨੀਅਤ ਕਰ ਲਓ, ਮੈਂ ਬਾਣੀ ਸੁਣਾਉਣ ਲਈ ਤਿਆਰ ਹਾਂ। ਉਹਨਾਂ ਨੇ ਸਰੀਰ ਨੂੰ ਸਾਧਨਾ ਕਰ ਲਿਆ। ਅਸਲ ਵਿੱਚ ਸਰੀਰ ਦੀਆਂ ਵੀ ਕੁਝ ਕਿਰਿਆਵਾਂ ਨੇ ਨਾ, ਉਹ ਸਾਰੀਆਂ ਕਿਰਿਆਵਾਂ ਦੇ ਲਈ 1-2 ਦਿਨ ਪਹਿਲਾਂ ਜਲ ਪਾਣੀ ਤਿਆਗ ਦੇਣਾ, ਤਾਂ ਕਿ ਸਰੀਰ ਕੋਈ ਦਿੱਕਤ ਨਾ ਕਰੇ, ਹੁੱਜਤ ਨਾ ਕੋਈ ਹੋਵੇ ਜਿਹਦੇ ਕਰਕੇ ਉੱਠਣਾ ਪਏ। ਸਰੀਰ ਸਾਧ ਲਿਆ। ਭਾਈ ਸਾਹਿਬ ਭਾਈ ਨਰੈਣ ਸਿੰਘ ਜੀ ਉਹਨਾਂ ਨੇ ਚੌਂਕੜਾ ਲਾ ਲਿਆ, ਬਿਸਤਰ ਵਿਛ ਗਏ, ਤੇ ਉਧਰੋਂ ਮਹਾਰਾਜਾ ਪਟਿਆਲਾ ਉਹ ਸਨਮੁਖ ਬਹਿ ਕੇ ਬਾਣੀ ਸਰਵਣ ਕਰਨ ਦੇ ਲਈ। ਕਹਿੰਦੇ ਐਸਾ ਚੌਂਕੜਾ ਲੱਗਾ, ਉਹਨਾਂ ਬਾਣੀ ਦੀ ਆਰੰਭਤਾ ਇੱਕ ਓੰਕਾਰ ਤੋਂ ਕਰਕੇ 18 10 20 ਦੀ ਸੰਪੂਰਨਤਾ ਤੇ ਲੈ ਗਏ। ਜਦੋਂ ਸਮਾਪਤੀ ਹੋ ਗਈ ਨਾ, ਤੇ ਕਹਿੰਦੇ ਮਹਾਰਾਜਾ ਪਟਿਆਲਾ ਨੇ ਥਾਲ ਲਿਆ, ਉਹਦੇ ਵਿੱਚ ਜਗੀਰਾਂ ਦੇ ਬਣਾ ਕੇ ਨਾ ਕਾਗਜ਼ ਪੱਤਰ ਉਹ ਰੱਖ ਕੇ ਸਨਮੁਖ ਕਹਿੰਦੇ ਵੀ ਛੋਟੀ ਜੀ ਤੁੱਛ ਜੀ ਭੇਟ ਹੈ, ਪ੍ਰਵਾਨ ਕਰ ਲਓ। ਭਾਈ ਨਰੈਣ ਸਿੰਘ ਹੁਣਾਂ ਨੇ ਕਿਹਾ, ਕਹਿਣ ਲੱਗੇ ਵੀ ਇਹ ਖਿਆਲ ਮਨ 'ਚ ਕਦੋਂ ਆਇਆ? ਕਹਿੰਦੇ ਜਦੋਂ ਬਾਣੀ ਚੱਲ ਰਹੀ ਸੀ ਨਾ, ਪਹਿਲਾਂ ਤੇ ਤੁਹਾਡਾ ਰਹਾ ਬੜਾ ਪਿਆਰਾ, ਬਾਣੀ ਦੀ ਸ਼ੁੱਧਤਾ ਬਾ ਕਮਾਲ, ਤੁਹਾਡੇ ਬੋਲਣ ਦਾ ਤਰੀਕਾ ਬਾ ਕਮਾਲ, ਤੇ ਮੇਰੇ ਮਨ 'ਚ ਆਇਆ, ਮਨਾ ਮੈਂ ਕੀ ਦਿਆਂ, ਇਹ ਦੁਨਿਆਵੀ ਭਟਾਵਾਂ ਨੇ, ਜਗੀਰਾਂ ਰਾਜ ਭਾਗ ਪੈਸਾ ਧੇਲਾ, ਮੈਂ ਕੀ ਦਿਆਂ ਤੁਹਾਡੇ ਕੋਲ ਅਰਪਣ ਕਰਦਿਆਂ। ਤੇ ਅੱਗੋਂ ਭਾਈ ਨਰੈਣ ਸਿੰਘ ਹੁਣਾਂ ਨੇ ਨਾ, ਵੇਖੋ ਜਿਹਨੂੰ ਚੀਜ਼ ਮਿਲਦੀ ਹੋਵੇ ਉਹਨੂੰ ਤੇ ਗਿਲਾ ਕਰਨ ਦਾ ਜਿਹੜਾ ਕੋਈ ਉਹ ਨਹੀਂ ਨਾ ਹੁੰਦਾ, ਜਿਹਨੂੰ ਮਿਲ ਰਹੀ ਹੈ ਪ੍ਰਾਪਤੀ ਕਰਦਾ ਹੈ ਮਨੁੱਖ। ਕਹਿਣ ਲੱਗਾ ਵੀ ਇਹੀ ਤੇ ਕਾਰਨ ਹੈ। ਪਰ ਭਾਈ ਨਰੈਣ ਸਿੰਘ ਜੀ ਨੇ ਜਲ ਨੈਣਾ ਵਿੱਚ ਜਲ ਭਰ ਲਿਆ। ਕਹਿੰਦੇ ਮਹਾਰਾਜਾ ਪਟਿਆਲਾ, ਜਦੋਂ ਤੂੰ ਪਹਿਲੇ ਦਿਨ ਇਹ ਗੱਲ ਕਹੀ ਸੀ ਨਾ, ਮੈਂ ਬਾਣੀ ਸਰਵਣ ਕਰਨੀ ਹੈ, ਮੈਨੂੰ ਬਾਣੀ ਨਾਲ ਪਿਆਰ ਹੈ, ਮੈਂ ਕਿਹਾ ਕਿੱਡਾ ਭਾਗਾਂ ਵਾਲਾ ਸਿੱਖ ਹੈ ਜਿਹਨੂੰ ਬਾਣੀ ਐਡੀ ਚੰਗੀ ਲੱਗਦੀ ਹੈ, ਜਿਨ੍ਹਾਂ ਨੂੰ ਸਤਿਗੁਰੂ ਭਲਾ ਭਾਇਆ, ਗੁਰੂ ਚੰਗਾ ਲੱਗਦਾ ਹੈ, ਮੈਂ ਤੈਨੂੰ ਸੁਣਾਉਣਾ। ਪਰ ਜਦੋਂ ਤੂੰ ਆਹ ਗੱਲ ਦੱਸ ਦਿੱਤੀ ਨਾ, ਵੀ ਮੈਂ ਸੋਚਦਾ ਪਿਆ ਸਾਂ ਤੁਹਾਨੂੰ ਭੇਟ ਕੀ ਕਰਾਂ, ਥਾਲ ਵਿੱਚ ਰੱਖ ਕੇ ਧਨ ਦੇਵਾਂ, ਹੀਰੇ ਦੇਵਾਂ, ਜਵਾਹਰਾਤ ਦੇਵਾਂ, ਸੋਨਾ ਦੇਵਾਂ, ਕਿ ਜਗੀਰਾਂ ਦੇ ਕਾਗਜ਼ ਬਣਾ ਕੇ ਦੇ ਦਿਆਂ, ਕਿ ਰਾਜ ਭਾਗ ਦੇ ਦਿਆਂ, ਕਿ ਆਪਦੇ ਰਾਜ ਦਾ ਵੱਡਾ ਅਹੁਦੇਦਾਰ ਨਿਯੁਕਤ ਕਰ ਦਿਆਂ। ਕਹਿੰਦੇ ਜਦੋਂ ਆਹ ਗੱਲ ਸੁਣੀ, ਕਹਿੰਦੇ ਮਨ ਬੜਾ ਦੁਖੀ ਹੋਇਆ। ਤੂੰ ਵਪਾਰ ਹੀ ਕੀਤਾ ਸੱਜਣਾ, ਤੈਨੂੰ ਗੁਰੂ ਭਲਾ ਪਾਇਆ ਨਹੀਂ, ਤੈਨੂੰ ਚੰਗਾ ਨਹੀਂ ਲੱਗਾ, ਬਲਕਿ ਤੂੰ ਮੇਰੇ ਤੋਂ ਸੁਣ ਕੇ ਉਹਦੀ ਬਦੌਲਤ ਮੈਨੂੰ ਆ ਜਿਹੜੇ ਚੰਦ ਛਿੱਲੜ ਦੇਣੇ ਚਾਹੁੰਦਾ, ਚੰਦ ਟੁਕੜੇ ਦੇਣੇ ਚਾਹੁੰਦਾ, ਜ਼ਮੀਨਾਂ ਦੇਣੀਆਂ ਚਾਹੁੰਦਾ, ਮੈਨੂੰ ਇਹਨਾਂ ਦੀ ਜ਼ਰੂਰਤ ਨਹੀਂ। ਸਤਿਗੁਰੂ ਕਹਿਣ ਲੱਗੇ ਜਿਨ੍ਹਾਂ ਨੂੰ ਗੁਰੂ ਭਲਾ ਪਾਇਆ ਨਾ, ਚੰਗਾ ਲੱਗਾ, ਉਹ ਫਿਰ ਗੁਰੂ ਵਰਗੇ ਬਣ ਗਏ। ਹਰ ਕਾ ਸੇਵਕ ਸੋ ਹਰ ਜਿਹਾ, ਜਿਨ੍ਹਾਂ ਨੂੰ ਗੁਰੂ ਚੰਗਾ ਲੱਗਾ, ਗੁਰੂ ਦੇ ਰੂਪ ਵਿੱਚ ਆ ਗਏ, ਗੁਰੂ ਦੀ ਵਿਚਾਰ ਉਹਨਾਂ ਦੇ ਜੀਵਨ ਦੇ ਵਿੱਚੋਂ ਝਲਕ ਮਾਰਨੀ ਆਰੰਭ ਕਰ ਦਿੰਦੀ ਹੈ। ਕਹੈ ਨਾਨਕ ਜਿਸਨੂੰ ਆਪ ਤੁਠਾ, ਤਿਨ ਅੰਮ੍ਰਿਤ ਗੁਰ ਤੇ ਪਾਇਆ। ਸਤਿਗੁਰੂ ਗੁਰੂ ਨਾਨਕ ਸਾਹਿਬ ਜੀ ਦੇ ਨਾਮ ਦੀ ਮੋਹਰ ਛਾਪ ਲਾਉਂਦੇ ਆ। ਤੀਸਰੇ ਗੁਰਦੇਵ ਪਿਤਾ ਜੀ ਨੇ ਕਿਹਾ, ਕਹਿਣ ਲੱਗੇ ਕਹੈ ਨਾਨਕ ਜਿਸਨੂੰ ਆਪ ਤੁਠਾ, ਜਿਹਦੇ ਤੇ ਮੇਰਾ ਵਾਹਿਗੁਰੂ ਪਰਮੇਸ਼ਵਰ ਮਿਹਰਬਾਨ ਹੋ ਜਾਂਦਾ ਹੈ, ਤਰੁੱਠ ਜਾਂਦਾ ਹੈ। ਕਹਿਣ ਲੱਗੇ ਤਿੰਨ ਅੰਮ੍ਰਿਤ ਗੁਰ ਤੇ ਪਾਇਆ। ਹੁਣ ਕੀ ਸੋਚੀਏ, ਸਤਿਗੁਰੂ ਜਿਹੜੇ ਅੱਜ ਤੇਰੀ ਇਸ ਦਾਤ ਤੋਂ ਵੀ ਹੋਣੇ ਨੇ, ਕਿ ਉਹਨਾਂ ਤੇ ਤੁਸੀਂ ਤਰੁੱਠੇ ਨਹੀਂ? ਜੀ ਬਿਲਕੁਲ, ਉਹਨਾਂ ਤੇ ਗੁਰੂ ਤਰੁੱਠਿਆ ਨਹੀਂ। ਜੇ ਤਰੁੱਠ ਗਿਆ ਤੇ ਸਾਹਿਬ ਕਹਿਣ ਲੱਗੇ ਉਹਨਾਂ ਨੇ ਪੌਲ ਜੀਵਨ ਵਿੱਚ ਲੈ ਆਂਦੀ ਹੈ। ਅਰਦਾਸ ਕਰੀਏ ਸਤਿਗੁਰੂ, ਆ 2022 ਦੀ ਵਿਸਾਖੀ ਦਾ ਪੁਰਬ ਹੈ,
ਦਿਨ 2-4 ਬਾਕੀ ਨੇ। ਧੰਨ ਗੁਰੂ ਗ੍ਰੰਥ ਸਾਹਿਬ ਦਾਤਾ, ਸਾਹਿਬੇ ਕਮਾਲ ਗੁਰੂ ਗੋਬਿੰਦ ਸਿੰਘ ਦਾਤਾ, ਮੇਰੇ ਤੇ ਤਰੁੱਠ ਪਾਓ। ਮੈਂ ਚਾਹੁੰਦਾ ਤੁਸੀਂ ਮੇਰੇ ਤੇ ਤਰੁੱਠੋ, ਮੇਰੀ ਝੋਲੀ ਦੇ ਵਿੱਚ ਅੰਮ੍ਰਿਤ ਦੀ ਦਾਤ, ਅੰਮ੍ਰਿਤ ਦੀਆਂ ਬਖਸ਼ਿਸ਼ਾਂ ਉਹ ਪਾ ਦਿਓ, ਤਾਂ ਕਿ ਮੇਰਾ ਸੰਸਾਰ ਤੇ ਆਉਣਾ ਸਫਲਾ ਹੋ ਜੇ। ਕਿਉਂਕਿ ਮੈਂ ਚਾਹੁੰਦਾ ਜਿਹੜੇ ਬਚਨ ਤੁਸੀਂ ਕਹੇ ਸੀ ਨਾ, ਰਾਮ ਕਬੀਰਾ ਏਕ ਭਏ ਐ, ਆਪੇ ਗੁਰਚੇਲਾ ਰਾਮ ਕਬੀਰਾ ਏਕ ਭਏ ਐ, ਕੋਏ ਨਾ ਸਕੈ ਪਛਾਨੀ। ਮੈਂ ਉਹਨਾਂ ਸਿੱਖਾਂ ਵਿੱਚ ਆਪਣਾ ਨਾਮ ਲਿਖਾਉਣਾ ਚਾਹੁੰਦਾ। ਮੈਂ ਚਾਹੁੰਦਾ ਮੇਰੀ ਪਹਿਚਾਣ ਮੁੱਕ ਜਾਏ, ਮੇਰੇ ਚਿਹਰੇ 'ਚੋਂ ਝਲਕਾਰਾ, ਮੇਰੇ ਬਸਤਰਾਂ 'ਚੋਂ ਝਲਕਾਰਾ ਮੇਰੇ ਗੁਰਦੇਵ ਪਿਤਾ ਸਾਹਿਬੇ ਕਮਾਲ ਗੁਰੂ ਗੋਬਿੰਦ ਸਿੰਘ ਦਾਤਾ ਜੀ ਦਾ ਪਵੇ। ਸਤਿਗੁਰੂ ਗੁਰੂ ਅਮਰਦਾਸ ਮਹਾਰਾਜ ਇਹ ਮੇਰਾ ਕਰਦੇ ਨੇ। ਕਹਿ ਨਾਨਕ ਜਿਸ ਨੂੰ ਆਪ ਤੁੱਠਾ, ਜਿਹਦੇ ਤੇ ਗੁਰੂ ਤਰੁੱਠ ਪੈਂਦਾ। ਕਹਿਣ ਲੱਗੇ ਤਿੰਨ ਅੰਮ੍ਰਿਤ ਗੁਰ ਤੇ ਪਾਇਆ, ਉਹਨਾਂ ਗੁਰੂ ਕੋਲੋਂ ਅੰਮ੍ਰਿਤ ਦੀ ਦਾਤ ਆਪਦੀ ਝੋਲੀ 'ਚ ਪਵਾ ਲਈ, ਉਹ ਵੱਡਿਆਂ ਭਾਗਾਂ ਵਾਲੇ ਬਣ ਗਏ। ਸਤਿਗੁਰੂ ਗੁਰੂ ਗ੍ਰੰਥ ਸਾਹਿਬ ਦਾਤਾ ਜੀ ਬੌੜੀ ਕਰਨ, ਅਸੀਂ ਵੀ ਵੱਡਿਆਂ ਭਾਗਾਂ ਵਾਲੇ ਬਣੀਏ, ਸਾਡੇ ਕਰਮ ਵੀ ਖੁੱਲਣ, ਸਾਡੇ ਤੇ ਵੀ ਰੰਗ ਚੜੇ, ਅਸੀਂ ਅਭਾਗਾ ਸ਼ਬਦ ਆਪਣੇ ਜੀਵਨ 'ਚੋਂ ਬਾਹਰ ਕੱਢ ਦਈਏ, ਫਿਰ ਸਾਡਾ ਆਉਣਾ ਸਫਲਾ ਅਤੇ ਸਾਰਥਕ ਹੈ। ਬਹੁਤ ਬਹੁਤ ਧੰਨਵਾਦ ਸੋਢੀ ਸੁਲਤਾਨ ਸਤਿਗੁਰੂ ਗੁਰੂ ਰਾਮਦਾਸ ਮਹਾਰਾਜ ਜੀ ਦਾ, ਜਿਨ੍ਹਾਂ ਨੇ ਆਪ ਸਿੱਖ ਸੰਗਤਾਂ ਦੇ ਦਰਸ਼ਨ ਕਰਵਾਏ। ਬਹੁਤ ਬਹੁਤ ਧੰਨਵਾਦ ਪ੍ਰਧਾਨ ਸਾਹਿਬ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ, ਸਨਮਾਨਯੋਗ ਸਿੰਘ ਸਾਹਿਬ ਗਿਆਨੀ ਜਗਤਾਰ ਸਿੰਘ ਜੀ ਹੋਣਾ ਦਾ, ਸਤਿਕਾਰਯੋਗ ਵੀਰ ਰਣਜੀਤ ਸਿੰਘ ਜੀ ਹੋਣਾ ਦਾ, ਜਿਨ੍ਹਾਂ ਨਾਲ ਸ਼ਬਦ ਗਾਇਨ ਕੀਤੇ ਹਨ। ਸਤਿਗੁਰੂ ਕਿਰਪਾ ਕਰਨ, ਆਪ ਸੰਗਤ ਦਾ ਤਹਿ ਦਿਲ ਤੋਂ ਧੰਨਵਾਦ। ਕੋਟਾਨ ਕੋਟ ਸ਼ੁਕਰਾਨਾ ਧੰਨ ਗੁਰੂ ਗ੍ਰੰਥ ਸਾਹਿਬ ਜੀ ਦਾ, ਜਿਨ੍ਹਾਂ ਤੁਹਾਡੇ ਦਰਸ਼ਨ ਕਰਵਾਏ। ਸਤਿਗੁਰੂ ਤੁਹਾਡਾ ਮੇਰਾ ਸਭਨਾਂ ਦਾ ਪਿਆਰ ਗੁਰੂ ਸ਼ਬਦ ਨਾਲ ਪਰਪੱਕ ਕਰਨ, ਤਾਂ ਕਿ ਸਾਡਾ ਆਉਣ ਵਾਲਾ ਕੱਲ ਹੋਰ ਸੁਹਾਵਣਾ, ਹੋਰ ਆਨੰਦ ਵਾਲਾ ਬਣੇ। ਸਤਿਗੁਰੂ ਤੁਹਾਡੀ ਮੇਰੀ ਸਭਨਾਂ ਦੀ ਹਾਜ਼ਰੀ ਗੁਰੂ ਰਾਮਦਾਸ ਮਹਾਰਾਜ ਜੀ ਦੇ ਚਰਨਾਂ ਤੇ ਪ੍ਰਵਾਨ ਕਰਨ ਜੀ। ਆਓ ਸ਼ਬਦ ਦੀਆਂ ਆਖਰੀ ਪੰਕਤੀਆਂ ਦਾ ਪਾਠ ਕਰਕੇ ਸੰਪੂਰਨਤਾ ਵੱਲ ਚੱਲੀਏ ਜੀ। ਲੱਭ ਲੋਭ ਅਹੰਕਾਰ ਚੂਕਾ, ਸਤਿਗੁਰੂ ਭਲਾ ਪਾਇਆ। ਕਹੈ ਨਾਨਕ ਜਿਸਨੋ ਆਪ ਤੁਠਾ, ਤਿਨ ਅੰਮ੍ਰਿਤ ਗੁਰ ਤੇ ਪਾਇਆ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸ਼ੇਰੇ ਪੰਜਾਬ ਗੁਰਬਾਣੀ YouTube ਚੈਨਲ ਨੂੰ ਵੱਧ ਤੋਂ ਵੱਧ ਸਬਸਕ੍ਰਾਈਬ ਕਰੋ ਤੇ ਇਸ ਤੇ ਗੁਰਬਾਣੀ, ਸ਼ਬਦ ਕੀਰਤਨ ਤੇ ਇਤਿਹਾਸ ਨਾਲ ਵੱਧ ਤੋਂ ਵੱਧ ਜੁੜ ਕੇ ਆਨੰਦ ਮਾਣੋ ਤੇ ਆਪਣੀ ਜ਼ਿੰਦਗੀ ਨੂੰ ਸਫਲ ਕਰੋ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।